ਧੰਨ ਵਾਹਿਗੁਰੂ ਸਾਹਿਬ ਜੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਨ, ਪ੍ਰਤੱਖ ਗੁਰੂ ਨਿਸਤਾਰੇ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੇ ਵਡ ਅਵਰ ਨ ਕੋਇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਸਵਾਰੀ ਗੁਰੂ ਰੂਪ ਸਾਧ ਸੰਗਤ, ਆਓ ਸਭ ਤੋਂ ਪਹਿਲਾਂ ਸੇਭਾਂ ਵੱਲੋਂ ਬਖਸ਼ੀ ਹੋਈ ਫਤਿਹ ਨਾਲ ਸਾਂਝ ਪਾਈਏ। ਕੋਈ ਵੀ ਰਸਣਾ ਵਾਂਝੀ ਨਾ ਰਹੇ। ਇੱਕੇ ਵਾਰ ਕਹਿਣ ਤੇ ਗੱਜ ਕੇ ਆਖਣਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਮੂਹ ਸਾਧ ਸੰਗਤ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪਾਵਨ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ। ਸਾਧ ਸੰਗਤ, ਦੁਨੀਆ ਦੇ ਇਤਿਹਾਸ ਦੇ ਵਿੱਚ ਜਦੋਂ ਤੋਂ ਇਸ ਇਨਸਾਨ ਨੇ ਸੁਰਤ ਸੰਭਾਲੀ ਹੈ, ਇਹਨੂੰ ਆਪਣੇ ਚੰਗੇ ਮਾੜੇ ਦੀ ਸਮਝ ਆਈ, ਇਸ ਸਮਾਜ ਦੇ ਵਿੱਚ ਆਪਣੇ ਆਪ ਨੂੰ ਚੰਗਾ ਜੀਵਨ ਜਿਉਣ ਵਾਸਤੇ, ਚੰਗਾ ਮਨੁੱਖ ਬਣਾਉਣ ਵਾਸਤੇ ਹਰ ਇੱਕ ਆਦਮੀ ਨੇ ਇਸ ਸੰਸਾਰ ਦੇ ਵਿੱਚ ਕਿਸੇ ਨਾ ਕਿਸੇ ਧਰਮ ਨੂੰ ਅਡਾਪਟ ਕੀਤਾ ਹੈ। ਅਮੂਮਨ ਤੌਰ ਤੇ ਇਹ ਆਦਮੀ ਦੇ ਜਨਮ ਤੋਂ ਪਹਿਲਾਂ ਹੀ ਮੁਕਰਰ ਕੀਤਾ ਜਾਂਦਾ ਸੀ ਵੀ ਇਸ ਆਦਮੀ ਨੇ ਕਿਸ ਧਰਮ ਦੇ ਨਿਯਮਾਂ ਨੂੰ ਫਾਲੋ ਕਰਨਾ ਹੈ। ਜਿਸ ਧਰਮ ਦੇ ਵਿੱਚ, ਜਿਸ ਪਰਿਵਾਰ ਦੇ ਵਿੱਚ ਬੰਦੇ ਦਾ ਜਨਮ ਹੋਇਆ, ਉਹ ਪਰਿਵਾਰ ਦੇ ਵਿੱਚ ਜਿਸ ਧਰਮ ਦਾ ਪ੍ਰਭਾਵ ਹੈ, ਜਿਸ ਧਰਮ ਨੂੰ ਉਹਨਾਂ ਲੋਕਾਂ ਨੇ ਕਬੂਲਿਆ, ਅਮੂਮਨ ਬੰਦੇ ਨੇ ਉਸੇ ਧਰਮ ਦੇ ਵਿੱਚ ਰਹਿ ਕੇ ਆਪਣੀ ਸਾਰੀ ਜ਼ਿੰਦਗੀ ਇੱਕ ਚੰਗਾ ਜੀਵਨ ਜਿਉਣ ਵਿੱਚ ਜਿਹੜਾ ਉਹਦਾ ਸਹਾਈ ਹੋਣ, ਉਸ ਕੰਮ ਨੂੰ ਜੀਵਨ ਦੇ ਵਿੱਚ ਧਾਰਨ ਕਰਨਾ ਸੀ। ਸੋ ਦੁਨੀਆ ਦੇ ਵਿੱਚ ਸਨਮਾਨਯੋਗ ਸਾਰੇ ਧਰਮ ਨੇ, ਹਰ ਇੱਕ ਧਰਮ ਦੀ ਆਪੋ ਆਪਣੀ ਵਿਚਾਰਧਾਰਾ, ਆਪੋ ਆਪਣੀ ਜਿਹੜੀ ਉਹਨਾਂ ਦੀ ਫਿਲਾਸਫੀ ਹੈ, ਔਰ ਹਰ ਇੱਕ ਧਰਮ ਦੇ ਕੋਲ ਆਪੋ ਆਪਣੇ ਗ੍ਰੰਥ ਨੇ। ਦੁਨੀਆ ਦੇ ਵਿੱਚ ਧਾਰਮਿਕ ਗ੍ਰੰਥਾਂ ਦੀ ਕਿਤੇ ਘਾਟ ਨਹੀਂ ਹੈ। ਹਰ ਇੱਕ ਧਰਮ ਦੇ ਲੋਕਾਂ ਦੇ ਕੋਲ ਆਪੋ ਆਪਣੇ ਗ੍ਰੰਥ ਨੇ। ਪਰ ਜਦੋਂ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕੀਤੀ ਜਾਂਦੀ ਹੈ, ਜੋ ਰੁਤਬਾ, ਜੋ ਸਤਿਕਾਰ, ਜੋ ਅਹਿਮੀਅਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਇਸ ਸੰਸਾਰ ਦੇ ਵਿੱਚ ਹੈ, ਉਹਨੂੰ ਦੁਨੀਆ ਦੇ ਬਾਕੀ ਧਰਮਾਂ ਦੇ ਨਾਲ ਉਹਦੀ ਤੁਲਨਾ ਨਹੀਂ ਕੀਤੀ ਜਾ ਸਕਦੀ। ਦੁਨੀਆ ਦੇ ਬਾਕੀ ਧਰਮਾਂ ਦੇ ਗ੍ਰੰਥਾਂ ਦੇ ਬਰਾਬਰ ਉਹਨਾਂ ਦੀ ਉਹ ਥਾਂ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਰੁਤਬਾ, ਚਾਹੇ ਸਰੂਪ ਕਰਕੇ ਗੁਰੂ ਸਾਹਿਬ ਦਾ ਸਤਿਕਾਰ, ਜਾਂ ਵਿਚਾਰ ਕਰਕੇ ਜੇ ਗੁਰੂ ਸਾਹਿਬ ਦੀ ਗੱਲ ਕਰੀਏ, ਤੇ ਸੱਚਮੁੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜੋ ਸੰਸਾਰ ਦੇ ਵਿੱਚ ਗੁਰੂ ਸਾਹਿਬ ਮਹਾਰਾਜ ਦਾ ਸਤਿਕਾਰ ਦੀ ਜੇ ਅਸੀਂ ਗੱਲ ਕਰਦੇ ਹਾਂ, ਤੇ ਜੋ ਸਤਿਕਾਰ ਗੁਰੂ ਗ੍ਰੰਥ ਸਾਹਿਬ ਦਾ ਹੈ, ਦੁਨੀਆ ਦੇ ਹਰ ਇੱਕ ਧਰਮ ਕੋਲ ਧਾਰਮਿਕ ਗ੍ਰੰਥ ਹੈ, ਪਰ ਅੱਜ ਤੱਕ ਤੁਸੀਂ ਰੋਡਾਂ ਦੇ ਵਿੱਚ ਕਦੇ ਆਉਂਦਿਆਂ ਜਾਂਦਿਆਂ ਕਿਸੇ ਹੋਰ ਧਾਰਮਿਕ ਗ੍ਰੰਥ ਦਾ ਇੰਨਾ ਸਤਿਕਾਰ, ਚਵਰ, ਛਤਰ, ਪਾਲਕੀਆਂ ਦੇ ਵਿੱਚ ਉਹਨਾਂ ਦੇ ਇੱਕ ਥਾਂ ਤੋਂ ਦੂਜੇ ਥਾਂ ਤੋਂ ਧਾਰਮਿਕ ਗ੍ਰੰਥ ਨੂੰ ਲੈ ਕੇ ਜਾਣਾ, ਇਹ ਦੁਨੀਆ ਦੇ ਵਿੱਚ ਤੁਹਾਨੂੰ ਕਿਤੇ ਦੇਖਣ ਨੂੰ ਨਹੀਂ ਮਿਲੇਗਾ। ਜੇ ਸਰੂਪ ਕਰਕੇ ਸਤਿਕਾਰ ਦੀ ਗੱਲ ਕਰੀਏ, ਤੇ ਸੱਚਮੁੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜੋ ਅਦਬ ਹੈ, ਜੋ ਸਤਿਕਾਰ ਹੈ, ਤੁਸੀਂ ਅੱਜ ਵੀ ਕਿਤੇ ਹਰਿਮੰਦਰ ਸਾਹਿਬ ਵਿੱਚ ਜੋ ਨਿਤਾ ਪ੍ਰਤੀ ਦੀ ਮਰਿਆਦਾ ਹੈ, ਜਾਂ ਫਤਿਹਗੜ੍ਹ ਸਾਹਿਬ 'ਚ ਤੁਸੀਂ ਇਤਿਹਾਸਿਕ ਸਥਾਨਾਂ 'ਚ ਵੇਖੋ ਵੀ ਸੁੰਦਰ ਪਾਲਕੀਆਂ ਬਣਾ ਕੇ ਗੁਰੂ ਸਾਹਿਬ ਦੇ ਸਰੂਪ ਨੂੰ ਇੱਕ ਥਾਂ ਤੋਂ ਦੂਜੇ ਥਾਂ 'ਤੇ ਲਿਜਾਇਆ ਜਾਂਦਾ ਹੈ। ਔਰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਹੋਰ ਦੁਨੀਆ ਦੇ ਵਿੱਚ ਕਿਸੇ ਵੀ ਚੀਜ਼ ਨੂੰ ਅਹਿਮੀਅਤ ਨਹੀਂ ਦਿੱਤੀ ਜਾ ਸਕਦੀ। ਸੋ ਇਹ ਪਾਵਨ ਸਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਹੜੀ ਮਨੁੱਖਤਾ ਦੀ ਅੱਜ ਸਾਰੇ ਸੰਸਾਰ ਦੇ ਵਿੱਚ ਸਭੇ ਸਾਂਝੀ ਵਾਲ ਸੁਧਾਇਣ ਦੀ ਗੱਲ ਕਰਦੇ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਦੋਂ ਇਸ ਸੰਸਾਰ ਦੇ ਵਿੱਚ ਪਾਵਨ ਪ੍ਰਕਾਸ਼ ਧਾਰਿਆ, ਤੇ ਜੋ ਉਸ ਸੰਸਾਰ ਦੀ ਦਿਸ਼ਾ ਸੀ ਉਹਨੂੰ ਭਾਈ ਗੁਰਦਾਸ ਜੀ ਬਾ ਕਮਾਲ ਲਿਖਦੇ ਨੇ, ਬਾਬਾ ਦੇਖੈ ਧਿਆਨ ਧਰ ਜਲਤੀ ਸਭ ਪ੍ਰਥਮੀ ਦਿਸਿਆਈ। ਜਦੋਂ ਗੁਰੂ ਨਾਨਕ ਸਾਹਿਬ ਨੇ ਇਸ ਸਾਰੇ ਸਮਾਜ ਦੀ, ਇਸ ਪੂਰੀ ਮਨੁੱਖਤਾ ਨੂੰ ਵੇਖਿਆ,
ਤੇ ਗੁਰੂ ਸਾਹਿਬ ਸਮਝ ਚੁੱਕੇ ਸੀ ਵੀ ਇਹ ਸਾਰੀ ਮਨੁੱਖਤਾ ਜਿਹੜੀ ਜਲਤੀ ਸਭ ਪ੍ਰਿਥਵੀ ਦਿਸੀ ਆਈ, ਸਾਰੀ ਹਰ ਪਾਸੇ ਸੜ ਰਹੀ ਹੈ, ਜਲ ਰਹੀ ਹੈ, ਹਾਹਾਕਾਰ ਹੈ। ਤੇ ਗੁਰੂ ਸਾਹਿਬ ਨੇ ਉਸ ਵਕਤ ਕੀ ਕੀਤਾ ਹੈ, ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤ ਚਲਾਈ। ਗੁਰੂ ਨਾਨਕ ਸਾਹਿਬ ਨੇ ਹੁਣ ਇਸ ਚੀਜ਼ ਨੂੰ ਯਕੀਨੀ ਬਣਾ ਲਿਆ ਕਿ ਸੱਚਮੁੱਚ ਹੁਣ ਜੇ ਇਸ ਸੰਸਾਰ ਦੇ ਵਿੱਚ ਇਸ ਮਨੁੱਖਤਾ ਦੀ ਭਲਾਈ ਦੇ ਵਾਸਤੇ ਜੇ ਇਸ ਮਨੁੱਖਤਾ ਨੂੰ ਅਸਲੀ ਧਰਮ ਦੱਸਣਾ ਤੇ ਉਦਾਸੀ ਸਿਸਟਮ ਗੁਰੂ ਨਾਨਕ ਸਾਹਿਬ ਨੇ ਫਿਰ ਜਿਹੜਾ ਸੀ ਉਹਨੂੰ ਧਾਰਨ ਕੀਤਾ। ਔਰ ਆਪਣੇ ਘਰ ਦਾ ਅੱਜ ਬੜਾ ਸੁੱਖ ਹੈ ਸਾਧ ਸੰਗਤ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦੀਦਾਰ, ਬਾਣੀ ਦੇ ਦੀਦਾਰ ਕਰਨੇ, ਬਾਣੀ ਸੁਣਨੀ। ਪਰ ਜਿਨ੍ਹਾਂ ਹਾਲਾਤਾਂ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜ਼ਫਰਾ ਭਰਿਆ ਸਫ਼ਰ ਤੈਅ ਕਰਕੇ, ਭਾਈ ਗੁਰਦਾਸ ਜੀ ਲਿਖਦੇ ਨੇ, ਰੋਏੜ ਆ ਰੇਤ ਅੱਕ ਆਹਾਰ ਘੜ ਰੌੜਾਂ ਕੀ ਗੁਰੂ ਕਰੀ ਵਿਛਾਈ। ਉਹ ਲੰਬੀਆਂ ਘਾਲਣਾ ਘਾਲ ਕੇ ਗੁਰੂ ਸਾਹਿਬ ਨੇ ਇਹ ਪਾਵਨ ਸਰੂਪ ਸਾਡੇ ਤੱਕ ਪਹੁੰਚਾਇਆ। ਔਰ ਗੁਰੂ ਨਾਨਕ ਸਾਹਿਬ ਮਹਾਰਾਜ ਜਿੱਥੇ ਕਿਤੇ ਵੀ ਗਏ, ਜਿਹੜੇ ਲੋਕੀ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੇ ਨਾਲ ਸਹਿਮਤ ਸੀ, ਇੱਥੇ ਉਹ ਨਹੀਂ ਹੈ ਵੀ ਗੁਰੂ ਸਾਹਿਬ ਨੇ ਕਿਸੇ ਚਮਿਆਰ ਦੀ, ਕਿਸੇ ਰਵਿਦਾਸ ਵਰਗੇ ਚਮਿਆਰ ਜਾਂ ਕਿਸੇ ਕਬੀਰ ਸਾਹਿਬ ਵਰਗੇ ਜੁਲਾਹੇ ਦੀ ਬਾਣੀ ਇਸ ਕਰਕੇ ਨਹੀਂ ਸ਼ਾਮਿਲ ਕੀਤੀ ਵੀ ਇਹਨਾਂ ਦਾ ਵੀ ਉਧਾਰ ਹੋ ਜੇ। ਨਹੀਂ, ਦਰਅਸਲ ਉਹਨਾਂ ਦੀ ਵਿਚਾਰਧਾਰਾ ਜਿਹੜੀ ਸੀ ਨਾ, ਉਹ ਇੱਕ ਇਨਸਾਨੀਅਤ ਨੂੰ ਕੋਈ ਨਾ ਕੋਈ ਇੱਕ ਪੈਗਾਮ ਦੇਣ ਵਾਲੀ ਸੀ। ਤੁਸੀਂ ਵੇਖੋ ਨਾ, ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦੀ ਗੱਲ ਕਰੀ, ਕਿੱਦਾਂ ਇਹਨਾਂ ਭਗਤ ਸਾਹਿਬਾਨਾਂ, ਭੱਟ ਸਾਹਿਬਾਨਾਂ ਨਾਲ ਗੁਰੂ ਸਾਹਿਬਾਨਾਂ ਦੀ ਵਿਚਾਰਧਾਰਾ ਮਿਲਦੀ ਹੈ। ਧੰਨ ਗੁਰੂ ਨਾਨਕ ਸਾਹਿਬ ਨੇ ਨਨਕਾਣਾ ਸਾਹਿਬ ਦੀ ਜੂਹ ਦੇ ਵਿੱਚ, ਨਨਕਾਣਾ ਸਾਹਿਬ ਦੇ ਵਿੱਚ ਇਹ ਗੱਲ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਜਿਹੜਾ ਧਾਗਾ ਮੈਂ ਇਹਦੇ ਤੋਂ ਇਨਕਾਰੀ ਹਾਂ, ਮੈਂ ਪਾਉਣ ਵਾਸਤੇ ਤਿਆਰ ਨਹੀਂ, ਕਿਉਂਕਿ ਜਿਹੜਾ ਧਾਗਾ ਮੈਂ ਪਾਉਣਾ ਚਾਹੁੰਦਾ ਉਹ ਧਾਗਾ ਕਿਹੜਾ ਵਾ, ਉਹ ਧਾਗਾ ਦਇਆ, ਕਪਾਹ, ਸੰਤੋਖ, ਸੂਤ, ਜਤ ਗੰਢੀ, ਸਤਬਟ, ਵੀ ਜਿਹਦੇ 'ਚ ਦਇਆ ਹੋਵੇ, ਜਿਹਦੇ 'ਤੇ ਧਰਮ ਹੋਵੇ, ਜਿਹਦੇ 'ਚ ਸੰਤੋਖ ਹੋਵੇ। ਗੁਰੂ ਸਾਹਿਬ ਕਹਿੰਦੇ ਵੀ ਇਹ ਧਾਗਾ ਮੈਂ ਪਾਉਣਾ ਚਾਹੁੰਦਾ। ਹੁਣ ਜਿਸ ਧਾਗੇ ਦੀ ਵਿਰੋਧਤਾ ਗੁਰੂ ਨਾਨਕ ਸਾਹਿਬ ਨਨਕਾਣਾ ਸਾਹਿਬ ਦੇ ਵਿੱਚ ਕਰਦੇ ਨੇ, ਉਸੇ ਹੀ ਧਾਗੇ ਦਾ ਗੱਲ ਕਬੀਰ ਸਾਹਿਬ ਜਿਹੜੇ ਨੇ ਉਹ ਬਨਾਰਸ ਦੀ ਧਰਤੀ ਦੇ ਵਿੱਚ ਕਰਦੇ ਨੇ। ਬਾਣੀ ਦਾ ਸ਼ਬਦ ਹੈ, ਹਮ ਕਰ ਸੂਤ ਤਨੈ ਨਿਤ ਤਾਨਾ ਕੰਠ ਜਨੇਊ ਤੁਮਾਰੀ, ਤੁਮ ਤੋਂ ਵੇਦ ਪੜ੍ਹੇ ਗਾਜ ਤੇਰੀ ਗੋਬਿੰਦ ਹਿਰਦੈ ਹਮਾਰੇ। ਜਾਣੀ ਕਹਿਣ ਤੋਂ ਭਾਵ ਕਿਤੇ ਨਾ ਕਿਤੇ ਇਹਨਾਂ ਦੀ ਵਿਚਾਰਧਾਰਾ, ਜੇ ਗੁਰੂ ਸਾਹਿਬ ਕਹਿੰਦੇ ਨੇ ਵੀ ਮੈਂ ਧਾਗਾ ਪਾਉਣ ਨੂੰ ਧਰਮ ਨਹੀਂ ਸਮਝਦਾ, ਤੇ ਉਹੀ ਗੱਲ ਤੇ ਕਬੀਰ ਸਾਹਿਬ ਬਨਾਰਸ ਦੀ ਧਰਤੀ ਔਰ ਬਨਾਰਸ ਔਰ ਨਨਕਾਣਾ ਸਾਹਿਬ ਦੇ ਵਿੱਚ ਬੜਾ ਲੰਬਾ ਵਿਖਵਾ ਹੈ, ਪਰ ਕਿਤੇ ਨਾ ਕਿਤੇ ਉਹਨਾਂ ਦੀ ਵਿਚਾਰਧਾਰਾ ਜਿਹੜੀ ਹੈ ਨਾ ਉਹ ਇੱਕ ਹੈ। ਔਰ ਗੁਰੂ ਸਾਹਿਬ ਜਿੱਦਣ ਬਨਾਰਸ ਦੀ ਧਰਤੀ ਤੇ ਜਾਂਦੇ ਨੇ, ਔਰ ਬਾਬਾ ਕਬੀਰ ਸਾਹਿਬ ਦੇ ਉਹ ਸ਼ਬਦ ਜਿਹੜੇ ਨੇ ਜੇ ਗੁਰੂ ਨਾਨਕ ਸਾਹਿਬ ਦੇ ਨਾਲ ਮੇਲ ਖਾਂਦੇ ਨੇ, ਇੱਧਰ ਗੁਰੂ ਸਾਹਿਬ ਧਰਮ ਦੀ ਪਰਿਭਾਸ਼ਾ ਦੱਸਦੇ ਨੇ ਨਾ, ਅਮੂਮਨ ਤੌਰ ਤੇ ਦੁਨੀਆ 'ਚ ਧਰਮ ਇੱਕ ਲਿਬਾਸ ਬਣਾ ਦਿੱਤਾ ਗਿਆ। ਅੱਜ ਵੀ ਧਰਮ ਦੀ ਪਹਿਚਾਣ ਕੰਮਾਂ ਕਰਕੇ ਨਹੀਂ ਹੈ, ਲਿਬਾਸ ਕਰਕੇ ਹੈ। ਅਸੀਂ ਲਿਬਾਸ ਕਰਕੇ ਦੱਸਾਂਗੇ ਵੀ ਜਿਹਨੇ ਸੁੰਨਤ ਕੀਤੀ ਹੋਈ ਹੈ ਇਹ ਮੁਸਲਮਾਨ ਹੈ, ਅਸੀਂ ਲਿਬਾਸ ਕਰਕੇ ਦੱਸਾਂਗੇ ਜਿਹਨੇ ਟਿੱਕਾ ਲਾਇਆ ਹੋਇਆ ਹੈ ਇਹ ਹਿੰਦੂ ਹੈ। ਪਰ ਗੁਰੂ ਪਾਤਸ਼ਾਹ ਕਹਿੰਦੇ ਨਹੀਂ, ਬਾਹਰਲਾ ਲਿਬਾਸ ਜਿਹੜਾ ਹੈ ਨਾ ਉਹਦੇ ਕੋਲੋਂ ਜ਼ਰੂਰੀ ਹੈ। ਇਹ ਠੀਕ ਹੈ, ਇੱਕ ਪਹਿਚਾਣ ਹੋ ਸਕਦੀ ਹੈ ਵੀ ਆਦਮੀ ਕਿਹੜੇ ਧਰਮ ਦੇ ਨਾਲ ਸੰਬੰਧਿਤ ਹੈ, ਪਰ ਅਸਲੀ ਧਰਮ ਜਿਹੜਾ ਹੈ ਨਾ ਉਹ ਲਿਬਾਸ ਕਰਕੇ ਨੂੰ ਸੁਰਤ ਕਰਕੇ ਹੈ। ਔਰ ਗੁਰੂ ਸਾਹਿਬ ਨੇ ਇਹਦੀ ਵਿਰੋਧਤਾ, ਜੇ ਗੁਰੂ ਸਾਹਿਬ ਇਹ ਪੈਗਾਮ ਦੇ ਕੇ ਜਾਂਦੇ ਨੇ ਕਿ ਗਲ ਮਾਲਾ ਤਿਲਕ ਲਲਾਟੰ ਦੋਇ ਧੋਤੀ ਬਸਤਰ ਕਪਾਟੰ ਜੇ ਜਾਨਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਚੋ ਕਰਮ, ਕਿ ਅਸਲੀ ਧਰਮ ਗਲ 'ਚ ਮਾਲਾ ਪਾਉਣਾ ਨਹੀਂ, ਉਹ ਗੱਲ ਵੱਖਰੀ। ਅੱਜ ਭਾਈ ਜਿਹਦੀ ਜਿੱਡੀ ਮਾਲਾ ਲੰਬੀ ਦੁਨੀਆ ਦੇ ਵਿੱਚ ਉਹਨੂੰ ਓਨਾ ਵੱਡਾ ਧੰਡੀ ਮੰਨਿਆ ਜਾਂਦਾ, ਜਿਹਦੇ ਮੱਥੇ ਤੇ ਜਿੰਨਾ ਵੱਡਾ ਤਿਲਕ ਹੈ ਉਹ ਓਨਾ ਵੱਡਾ ਧਰਮੀ ਹੈ। ਪਰ ਮਹਾਰਾਜ ਕਹਿੰਦੇ ਨਹੀਂ, ਇੱਥੇ ਗਲ ਮਾਲਾ ਤਿਲਕ ਲਲਾਟੰ ਦੋਇ ਧੋਤਰੀ ਬਸਤਰ ਕਪਾਟੰ, ਪਰ ਜੇ ਇਹ ਸੋਚਦਾ ਜੇ ਜਾਨਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਚੋ ਕਰਮ, ਕਹਿੰਦੇ ਤੇ ਡਰਾਮਾ। ਹੁਣ ਇੱਥੇ ਗੁਰੂ ਪਾਤਸ਼ਾਹ ਇਹਦਾ ਵਿਰੋਧ ਕਰਦੇ ਨੇ, ਕਹਿੰਦੇ ਨੇ ਧਰਮ ਇਹ ਨਹੀਂ ਹੈ। ਉਧਰ ਕਬੀਰ ਸਾਹਿਬ ਨਾਰਸ ਦੀ ਧਰਤੀ ਤੇ ਗੱਲ ਕਹਿੰਦੇ ਨੇ ਕਿ ਗੱਲ ਮਾਥੇ ਤਿਲਕ ਹੱਥ ਮਾਲਾ ਬਾਣਾ ਲੋਗਣ ਰਾਮ ਖਡੋਣਾ ਜਾਣਾ। ਲੋਕਾਂ ਨੇ ਮਾਲਾ ਪਾ ਕੇ ਰੱਬ ਨੂੰ ਖਡੋਣਾ ਸਮਝਿਆ ਹੋਇਆ ਵੀ ਤੁਸੀਂ ਗਿਣ ਗਿਣ ਕੇ ਪਰਮਾਤਮੇ ਤੇ ਬਦਕਿਸਮਤੀ ਮਾਲਾ ਸਾਡੇ ਵੀ ਗਲ 'ਚ ਪੈ ਗਈ ਨਾ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਗੁਰੂ ਸਾਹਿਬ ਨੇ ਤੇ ਇਹ ਧਰਮ ਦੱਸਿਆ ਹੀ ਨਹੀਂ। ਉੱਥੇ ਤੇ ਸਤਿਗੁਰੂ ਕਹਿੰਦੇ ਸਤਿਗੁਰ ਸੇਤੀ ਗਣਤ ਜੇ ਰੱਖੇ ਹਲਤ ਪਲਤ ਤੇ ਸਕਾ ਗਿਆ। ਕਹਿੰਦੇ ਵੀ ਰੱਬ ਦਾ ਨਾਮ ਗਿਣ ਕੇ ਲਿਆ ਜਾਂਦਾ। ਜੇ ਅਸੀਂ ਗਿਣਦੇ ਹਾਂ ਵੀ ਰੱਬ ਜੀ ਤੇਰਾ ਸੀ ਅੱਜ ਨਾ 40 ਵਾਰ ਮਾਲਾ ਫੇਰੀ, 70 ਵਾਰ ਫੇਰੀ, ਤੇਰਾ ਇੰਨੀ ਵਾਰ ਨਾਮ ਲਿਆ, ਤੇ ਜਿੱਦਣ ਰੱਬ ਨੇ ਗਿਣਨਾ ਸ਼ੁਰੂ ਕਰਤਾ ਉਦਣ ਤੇ ਰੱਬ ਨੇ ਇੱਕੋ ਹੀ ਚੀਜ਼ ਗਿਣਨੀ ਆ ਵੀ ਤੂੰ ਤੇ 70 ਸਾਲ ਤੱਕ ਆਕਸੀਜਨ ਮੇਰੀ ਵਰਤਦਾ। ਜਿੱਦਣ ਉਹਨੇ ਗਿਣਨਾ ਸ਼ੁਰੂ ਕੀਤਾ ਸਾਡੇ ਕੋਲੋਂ ਤਾਂ ਇੱਕ ਘੰਟਾ ਨਹੀਂ ਨਿਕਲਣਾ। ਇਸ ਕਰਕੇ ਮੇਰੇ ਸਤਿਗੁਰੂ ਨੇ ਅਸਲੀ ਧਰਮ ਜਿਹੜੇ ਲੋਕੀ ਜਿਨ੍ਹਾਂ ਦੀ ਵਿਚਾਰਧਾਰਾ ਗੁਰੂ ਸਾਹਿਬ ਨਾਲ ਮਿਲਦੀ ਸੀ, ਗੁਰੂ ਸਾਹਿਬ ਨੇ ਉਹਨਾਂ ਦੀ ਬਾਣੀ ਇਕੱਠੀ ਕੀਤੀ ਔਰ ਦੁਨੀਆ ਦੇ ਲੋਕਾਂ ਨੂੰ ਇਸ ਭੁਲੇਖੇ 'ਚੋਂ ਕੱਢਿਆ
ਕਿ ਕੋਈ ਕਿਸੇ ਵੀ ਧਰਮ ਨੂੰ ਮੰਨ ਰਿਹਾ ਹੋਵੇ, ਪਰ ਜੇ ਉਹਦੀ ਗੱਲ, ਉਹਦੀ ਵਿਚਾਰਧਾਰਾ ਜਿਹੜੀ ਹੈ ਸੱਚ ਨਾਲ ਜੋੜਦੀ ਹੈ ਨਾ, ਤੇ ਉਹਨੂੰ ਗੁਰੂ ਗ੍ਰੰਥ ਸਾਹਿਬ 'ਚ ਥਾਂ ਹੈ। ਇੱਥੇ ਫਰੀਦ ਸਾਹਿਬ ਮੁਸਲਮਾਨ ਨੇ, ਔਰ ਕੋਈ ਐਗਜ਼ਾਮਪਲ ਨਹੀਂ ਹੈ ਵੀ ਗੁਰੂ ਸਾਹਿਬ ਨੇ ਉਹਨਾਂ ਨੂੰ ਸਿੱਖ ਬਣਾਇਆ, ਪਰ ਉਹਨਾਂ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ 'ਚ ਸ਼ਾਮਲ ਕਰ ਦਿੱਤੀ ਹੈ। ਕੱਲ੍ਹ ਨੂੰ ਕੋਈ ਮੁਸਲਮਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹਨ ਆਵੇ, ਉਸ ਮੁਸਲਮਾਨ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ ਲੱਭੇ, ਫਰੀਦਾ ਬੇਨਵਾਜਾ ਕੁੱਤੇ ਆਏ ਨਾ ਭੱਲੀ ਰੀਤ, ਵੀ ਚੱਲਣਾ ਆਇਆ ਪੱਚਾ ਵਕਤ ਮਸੀਤ। ਉਸ ਮੁਸਲਮਾਨ ਨੂੰ ਵੀ ਲੱਭੇ ਵੀ ਤੇਰਾ ਧਰਮ ਕੀ ਹੈ, ਘੱਟੋ ਘੱਟ 5 ਵਕਤ ਦਿਨ 'ਚ ਨਮਾਜ਼ ਪੜ੍ਹੇ ਤਾਂ ਤੂੰ ਮੁਸਲਮਾਨ ਹੈ। ਜੇ ਤੂੰ ਪੰਡਤ ਹੈ ਨਾ, ਤੇ ਤੈਨੂੰ ਕੋਈ ਇਹ ਨਹੀਂ ਗੁਰੂ ਸਾਹਿਬ ਨੇ ਕਹਿਤਾ ਵੀ ਪਹਿਲਾਂ ਸਿੱਖ ਬਣ ਤੇ ਫਿਰ ਤੈਨੂੰ ਉਪਦੇਸ਼ ਦਿਆਂਗਾ, ਨਹੀਂ। ਜੇ ਤੂੰ ਪੰਡਤ ਹੈ ਤੇ ਤੇਰੇ ਲਈ ਵੀ ਉਪਦੇਸ਼ ਹੈ, ਸੋ ਪੰਡਤ ਜੋ ਮਨ ਪ੍ਰਬੁੱਧ ਹੈ, ਰਾਮ ਨਾਮ ਆਤਮ ਰਸ ਸੁਧ ਹੈ। ਦੁਨੀਆ ਦੇ ਹਰ ਇੱਕ ਵਰਗ ਨੂੰ ਗੁਰੂ ਪਾਤਸ਼ਾਹ ਨੇ ਗਲਵੱਕੜੀ ਦੇ ਵਿੱਚ ਲਾ ਕੇ ਖੱਤਰੀ ਬ੍ਰਾਹਮਣ ਬੈ ਸੂਦ ਉਪਦੇਸ਼ ਚਾਉ ਵਰਨਾ ਕੋ ਸਾਂਝਾ ਉਪਦੇਸ਼ ਸਾਰਿਆਂ ਨੂੰ ਦਿੱਤਾ। ਔਰ ਇਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਨੇ ਜੋਤੀ ਜੋਤ ਸਮਾਉਣ ਤੋਂ ਬਾਅਦ ਇਹ ਬਾਣੀ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਹਵਾਲੇ ਕੀਤੀ, ਜਿਹੜੀ ਪੋਥੀਆਂ ਦੇ ਰੂਪ ਦੇ ਵਿੱਚ ਸੀ, ਪਰ ਪੋਥੀ ਪਰਮੇਸ਼ਵਰ ਕਾ ਥਾਨ, ਇਹਨੂੰ ਰੱਬ ਦੀ, ਕਿਉਂਕਿ ਗੁਰੂ ਸਾਹਿਬ ਨੇ ਆਪ ਕਹਿਤਾ, ਕਹਿੰਦੇ ਦੁਨੀਆ ਦੇ ਲੋਕੋ, ਜਿਹੜਾ ਬੰਦਾ ਦੁਨਿਆਵੀ ਕੋਈ ਪੁਸਤਕ ਲਿਖਦਾ ਨਾ, ਕੋਈ ਕਿਤਾਬ ਲਿਖਦਾ, ਤੇ ਉਹਦੇ ਉਹ ਬਾਹਰ ਲਿਖਦਾ ਸਟਾਰਟਿੰਗ 'ਚ ਵੀ ਇਹ ਸਾਰੇ ਹੱਕ ਮੇਰੇ ਕੋਲ ਰਾਖਵੇਂ ਨੇ, ਮੈਂ ਲਿਖੀ। ਇੱਥੇ ਗੁਰੂ ਸਾਹਿਬ ਕਹਿੰਦੇ ਮੈਂ ਨਹੀਂ ਭਾਈ, ਕੋਈ ਇਹ ਮੈਂ ਨਹੀਂ ਬੋਲਿਆ, ਇਹ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸਰਾ ਕਰੀ ਗਿਆਨ ਵੇਲਾਲੋ। ਕਹਿੰਦੇ ਇਹ ਤੇ ਹਰ ਕਰਤਾ ਆਪ ਮੂੰਹ ਕਢਾਏ, ਪ੍ਰਮਾਤਮਾ ਦੀ ਹੈ, ਮੈਂ ਤੇ ਕੁਛ ਹੀ ਨਹੀਂ ਆ, ਇਹ ਤੇ ਮੈਂ ਕੇਵਲ ਮੈਂ ਨਿਰਗੁਣ ਆਰੇ ਕੋ ਗੁਣ ਨਹੀਂ, ਮੇਰੇ ਤੇ ਗੁਣੀ ਕੋਈ ਨਹੀਂ ਸੀ, ਆਪੇ ਤਰਸ ਪਿਓਈ, ਸਤਿਗੁਰੂ ਨੇ ਤਰਸ ਕਰਕੇ ਮੇਰੇ ਤੇ ਜ਼ੁਬਾਨ ਚੋਂ ਕਢਾਈ। ਇਸ ਕਰਕੇ ਇਹ ਬਾਣੀ ਜਿਹੜੀ ਹੈ ਨਾ, ਇਹ ਪ੍ਰਮਾਤਮਾ ਦੀ ਹੈ, ਔਰ ਇਹ ਸੱਤ ਸਰੂਪ ਹੈ। ਔਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਦੋਂ ਇਹ ਗੁਰੂ ਅੰਗਦ ਸਾਹਿਬ ਮਹਾਰਾਜ ਇੱਦਾਂ ਕਰਦਿਆਂ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਕੋਲੇ ਬਾਣੀ ਪਹੁੰਚੀ, ਕੁਦਰਤੀ ਗੱਲ ਹੈ ਸਾਧ ਸੰਗਤ, ਦੁਨੀਆ ਦੇ ਵਿੱਚ ਜਿਹੜੀ ਚੀਜ਼ ਜਿਹਦੀ ਜਿੰਨੀ ਜ਼ਿਆਦਾ ਕੀਮਤ ਹੈ ਨਾ, ਉਹਦੀ ਨਕਲ ਉਨੀ ਛੇਤੀ ਤਿਆਰ ਹੋ ਜਾਂਦੀ ਹੈ। ਹੀਰੇ ਦੀ ਬਹੁਤ ਕੀਮਤ ਹੈ, ਪਰ ਹੀਰੇ ਦੀਆਂ ਆਮ ਜਿਹੜੀਆਂ ਅੰਗੂਠੀਆਂ ਤੁਹਾਡੇ ਬੱਚੇ ਵੀ 2-2 ਰੁਪਏ ਦੀ ਲੈ ਕੇ ਪਾਈ ਫਿਰਦੇ ਨੇ, ਮੋਤੀ ਛੋਟੇ ਹੀਰੇ ਦੀ ਨਕਲ ਹੈ। ਸੋਨੇ ਦੀ ਕੀਮਤ ਹੈ, ਪਰ ਤੁਹਾਡੇ ਘਰਾਂ 'ਚ ਕਿੰਨੇ ਇਹੋ ਜਿਹੇ ਗਹਿਣੇ ਬਣੇ ਨੇ ਜਿਹੜੇ ਸੋਨੇ ਦੇ ਉੱਤੇ ਕੇਵਲ ਗੋਲਡਨ ਕਲਰ ਹੈ, ਉਹਦੇ ਉੱਤੇ ਡੁਪਲੀਕੇਟ ਹੈ। ਪਰ ਅੱਜ ਤੱਕ ਲੋਹੇ ਦੀ ਡੁਪਲੀਕੇਟ ਨਹੀਂ ਹੈ, ਕਿਉਂਕਿ ਲੋਹੇ ਦੀ ਆਪਣੀ ਕੀਮਤ ਨਹੀਂ ਹੈ, ਨਕਲ ਉਹਦੀ ਤਿਆਰ ਹੁੰਦੀ ਹੈ ਜਿਹਦੀ ਅਸਲ ਦੀ ਕੀਮਤ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੁਨੀਆ ਦਾ ਪਹਿਲਾ ਗ੍ਰੰਥ, ਜਦੋਂ ਸਾਰੀ ਮਨੁੱਖਤਾ ਨੂੰ, ਇਹ ਤੋਂ ਪਹਿਲਾਂ ਦੁਨੀਆ ਦੇ ਸਨਮਾਨਯੋਗ ਬੜੇ ਗ੍ਰੰਥ ਨੇ, ਪਰ ਸਾਰਿਆਂ ਦੀ ਬਾਣੀ ਇੱਕ ਥਾਂ ਤੇ ਇਕੱਠੀ, ਇਹ ਪਹਿਲਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਸੀ ਜਿਹਨੇ ਹਰ ਇੱਕ ਨੂੰ ਇੱਕ ਥਾਂ ਤੇ ਕੀਤਾ, ਔਰ ਬੜੀ ਸਰਲ ਭਾਸ਼ਾ ਦੇ ਵਿੱਚ ਲੋਕਾਂ ਨੂੰ ਧਰਮ ਦੱਸਿਆ। ਆਮ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਚੀਜ਼ਾਂ ਕੰਮ ਆਉਂਦੀਆਂ ਸੀ ਨਾ, ਉਸ ਭਾਸ਼ਾ ਦੇ ਵਿੱਚ ਕਿਉਂ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਇੰਨੀ ਛੇਤੀ ਉਹਨਾਂ ਦੀ ਸਮਝ ਆਈ। ਹੁਣ ਤੁਸੀਂ ਵੇਖੋ ਨਾ ਕਿ ਛੋਟਾ ਜਿਹਾ ਨੁਕਤਾ ਹੈ, ਗੁਰੂ ਸਾਹਿਬ ਸਿੱਧਾਂ ਦੇ ਕੋਲ ਜਾਂਦੇ ਨੇ, ਉਹਨਾਂ ਨੇ ਧਰਮ ਪਤਾ ਕੀ ਸਮਝਿਆ, ਕੰਨ 'ਚ ਮੁੰਦਰਾਂ ਕੱਚ ਦੀਆਂ, ਪਿੰਡੇ ਤੇ ਸਵਾਹ ਮਲੀ ਹੈ, ਇੱਥੇ ਇੱਕ ਝੋਲਾ ਪਾਇਆ ਜਿਹਦੇ ਵਿੱਚੋਂ ਆਟਾ ਚੌਲ ਮੰਗ ਕੇ ਲਿਆਉਂਦੇ ਨੇ। ਤੇ ਗੁਰੂ ਸਾਹਿਬ ਜਦੋਂ ਉਹਨਾਂ ਕੋਲ ਗਏ, ਧਰਮ ਦੀ ਗੱਲ ਕਰਨ ਲੱਗੇ, ਉਹ ਕਹਿੰਦੇ ਵੀ ਨਾਨਕ ਤੇਰੇ ਨਾਲ ਤੇ ਧਰਮ ਦੀ ਗੱਲ ਆਪਾਂ ਕਰਨਾ ਹੀ ਨਹੀਂ, ਤੂੰ ਧਰਮੀ ਨਹੀਂ ਹੈ। ਗੁਰੂ ਸਾਹਿਬ ਕਹਿੰਦੇ ਕਿਉਂ ਵੀ ਮੈਂ ਧਰਮੀ ਕਿਉਂ ਨਹੀਂ ਹਾਂ? ਉਹ ਕਹਿੰਦੇ ਤੂੰ ਧਰਮੀ ਇਸ ਕਰਕੇ ਨਹੀਂ ਹੈ ਕਿਉਂਕਿ ਨਾ ਹੀ ਤੇਰੇ ਪੂਰੇ ਸਰੀਰ ਤੇ ਕੋਈ ਧਰਮ ਦਾ ਚਿੰਨ੍ਹ ਹੈ, ਨਾ ਤੂੰ ਕੱਚ ਦੀਆਂ ਮੁੰਦਰਾਂ ਪਾਈਆਂ ਨੇ, ਨਾ ਤੇਰੇ ਪਿੰਡੇ ਤੇ ਸਵਾਹ ਮਲੀ ਹੈ, ਨਾ ਤੂੰ ਗੋਦੜੀ ਚੁੱਕੀ ਹੈ, ਤੂੰ ਧਰਮੀ ਨਹੀਂ ਹੈ। ਤੇ ਗੁਰੂ ਸਾਹਿਬ ਕਹਿੰਦੇ ਭਾਈ ਜਿਹੜੀਆਂ ਮੈਂ ਮੁੰਦਰਾਂ ਪਾਈਆਂ ਨੇ, ਪਾਈਆਂ ਮੈਂ ਵੀ ਨੇ, ਤੁਹਾਡੇ ਧਾਰਮਿਕ ਚਿੰਨ੍ਹ ਬਾਹਰੋਂ ਨਜ਼ਰ ਆਉਂਦੇ ਨੇ, ਮੇਰੀਆਂ ਮੁੰਦਰਾਂ ਨਜ਼ਰ ਨਹੀਂ ਆਉਂਦੀਆਂ, ਪਾਈਆਂ ਮੈਂ ਵੀ ਨੇ। ਹੁਣ ਗੁਰੂ ਸਾਹਿਬ ਉੱਥੇ ਮੁੰਦਰਾਂ ਦੱਸਦੇ ਨੇ, ਕਹਿੰਦੇ ਮੇਰੀਆਂ ਮੁੰਦਰਾਂ ਪਤਾ ਕੀ ਨੇ, ਮੁੰਦਾ ਸੰਤੋਖ ਸ਼ਰਮਪਤ ਝੋਲੀ ਧਿਆਨ ਕੀ ਕਰੇ ਭੂਤ। ਕਹਿੰਦੇ ਮੈਂ ਸੰਤੋਖ ਦੀਆਂ ਮੁੰਦਰਾਂ ਪਾਈਆਂ ਨੇ, ਮੈਂ ਸੰਤੋਖੀ ਹਾਂ। ਤੇ ਜੇ ਕਾਸ਼ ਗੁਰੂ ਨਾਨਕ ਸਾਹਿਬ ਦੀਆਂ ਮੁੰਦਰਾਂ ਸਾਰੇ ਪਾ ਲਈਏ ਸਾਧ ਸੰਗਤ, ਅੱਜ ਜਿਨ੍ਹਾਂ ਲੋਕਾਂ ਨੇ ਧਰਮ ਦੀਆਂ ਮੁੰਦਰਾਂ ਪਾਈਆਂ ਨੇ ਨਾ, ਮੁੰਦਰਾਂ ਤੋਂ ਭਾਵ ਕੇਵਲ ਕੱਚ ਦੀਆਂ ਮੁੰਦਰਾਂ ਜੋਗੀ ਤੱਕ ਨਾ ਸਮਝੀਏ, ਉਹਨੂੰ ਆਪਣੇ ਤੇ ਵੀ ਟੁਕਾਈਏ, ਉਹਨੂੰ ਕਿਰਪਾਨ ਤੇ ਵੀ ਲੈ ਕੇ ਆਈਏ। ਜਿਨ੍ਹਾਂ ਨੇ ਕੇਵਲ ਬਾਹਰਲੇ ਲਿਬਾਸ ਨੂੰ ਧਰਮ ਮੰਨਿਆ ਨਾ, ਸ਼ਾਇਦ ਜਿੰਨੇ ਉਹ ਲੋਕੀ ਕਲਪੇ ਹੋਏ ਨੇ ਸਾਧ ਸੰਗਤ, ਉਹਨੇ ਤੇ ਆਮ ਘਰਾਂ 'ਚ ਬੈਠੇ ਲੋਕੀ ਨਹੀਂ ਕਲਪੇ। ਜਿੰਨੇ ਧਾਰਮਿਕ ਸਥਾਨਾਂ ਤੇ ਬੈਠੇ ਹੋਏ ਨਾ, ਗੁਰੂ ਸਾਹਿਬ ਨੇ ਕਿਹਾ ਨਾ, ਤੀਰਥ ਜਾਉ ਤੂੰ ਹਉ ਹਉ ਕਰਤੇ, ਪੰਡਤ ਪੁੱਛੋ ਤਾਂ ਮਾਇਆ ਰਾਤੇ। ਕਹਿੰਦਾ ਸਭ ਮਾਇਆ ਦੇ ਵਿੱਚ ਮਾਇਆ ਰੱਤੇ ਹੋਏ ਨੇ, ਹਾਉ ਹਾਉ ਹੰਕਾਰ ਹਰ ਇੱਕ 'ਚ ਹੂੰ ਮੈਂ।
ਤੇ ਜਿਤਨੀ ਜਿਹੜੀ ਨਫ਼ਰਤ ਧਾਰਮਿਕ ਲੋਕਾਂ 'ਚ ਹੈ, ਇੰਨੀ ਤੇ ਧਰਮ ਤੋਂ ਦੂਰ ਵਾਲਿਆਂ 'ਚ ਨਹੀਂ ਹੈ, ਜਿਹੜੇ ਦੁਨੀਆ ਨੂੰ ਪਿਆਰ ਵੰਡ ਰਹੇ ਨੇ। ਹੁਣ ਗੁਰੂ ਸਾਹਿਬ ਕਹਿੰਦੇ ਨੇ ਕਾਸ਼ ਜੇ ਕਿਤੇ ਸੰਤੋਖ ਦੀਆਂ ਮੁੰਦਰਾਂ ਜੀਵਨ ਦੇ ਵਿੱਚ ਆ ਜਾਣ ਤੇ ਬਾਹਰ ਭਾਵੇਂ ਕੱਚ ਦੀਆਂ ਮੁੰਦਰਾਂ ਨਾ ਹੋਣ, ਉਹਦਾ ਜੀਵਨ ਸੰਤੋਖੀ ਬਣ ਜਾਏ। ਉਹ ਜੋ ਪ੍ਰਮਾਤਮਾ ਨੇ ਦਿੱਤਾ, ਹਰ ਜੀਓ ਸਭ ਤੇਰੀ ਦਾ ਜਿਹੜੀ ਰਜ਼ਾ ਦੇ ਵਿੱਚ ਹੈ, ਜੋ ਤੂੰ ਦਿੱਤਾ ਮੈਨੂੰ ਪ੍ਰਵਾਨ ਹੈ, ਉਹਦਾ ਫਿਰ ਜੀਵਨ ਬਣ ਜਾਂਦਾ। ਜੇ ਸੁਖ ਦੇਤਾ ਤੁਝੇ ਅਰਾਧੀ ਦੁੱਖ ਭੀ ਤੂੰ ਜੈਤੇ ਆਈ। ਉਹ ਦੁੱਖ ਦੇ ਵਿੱਚ ਔਰ ਸੁੱਖ ਦੇ ਵਿੱਚ ਇੱਕ ਬਰਾਬਰ ਹੈ। ਔਰ ਇਹ ਅਵਸਥਾ ਉਦੋਂ ਬਣਦੀ ਹੈ ਸਤ ਸੰਗਤ, ਜਦੋਂ ਸੁਰਤ ਕਰਕੇ ਮੁੰਦਰਾਂ, ਜਿਨ੍ਹਾਂ ਨੇ ਸੁਰਤ ਦੀਆਂ ਮੁੰਦਰਾਂ ਪਾਉਂਦੇ ਨੇ ਨਾ, ਕੱਚ ਦੀਆਂ ਭਾਵੇਂ ਨਾ ਹੋਣ। ਭਾਈ ਮਣੀ ਸਿੰਘ ਜੀ ਨੇ ਕੱਚ ਦੀ ਮੁੰਦਰ ਕੋਈ ਨਹੀਂ ਸੀ ਪਾਈ, ਪਰ ਸੁਰਤ ਦੇ ਵਿੱਚ ਸੰਤੋਖ ਸੀ। ਕਿੱਦਾਂ ਦਾ ਸੰਤੋਖ ਹੈ ਜੀ, ਸਰੀਰ ਟੋਟੇ ਟੋਟੇ ਕਰਕੇ ਕੱਟ ਰਿਹਾ, ਔਰ ਭਾਈ ਮਣੀ ਸਿੰਘ ਅਡੋਲ ਬੈਠੇ ਨੇ। ਕਿੱਦਾਂ ਦਾ ਸੰਤੋਖ ਹੈ ਸਤ ਸੰਗਤ। ਇਹ ਜੀ ਮੁੰਦਰਾਂ ਦੇ ਵਿੱਚ ਫਰਕ। 2 ਦਿਨ ਕੇਸੀ ਇਸ਼ਨਾਨ ਕਰਕੇ ਤੁਸੀਂ ਕੰਘਾ ਨਾ ਵਾਹਿਆ ਹੋਵੇ ਤੇ ਤੀਜੇ ਦਿਨ ਕੇਸਾਂ 'ਚ ਅੜਾ ਪੈ ਜਾਂਦੀਆਂ ਨੇ, ਕੱਢਣੀਆਂ ਔਖੀਆਂ ਨੇ। ਕਿੱਦਾਂ ਦਾ ਸੰਤੋਖ ਹੋਏਗਾ ਭਾਈ ਤਾਰੂ ਸਿੰਘ ਜੀ ਦਾ ਜੀ, ਖੋਪੜ ਲਹਿ ਰਿਹਾ। ਕਿੱਦਾਂ ਦਾ ਸੰਤੋਖ ਹੈ ਸਤ ਸੰਗਤ। ਸਵਾ ਮਨ ਦੇ ਪੀਸਣ ਪੀ ਕੇ ਵੀ ਆਪਣੇ ਪੁੱਤਰਾਂ ਦੇ ਟੋਟੇ ਟੋਟੇ ਕਰਾ ਕੇ ਆਂਦਰਾਂ ਦੇ ਹਾਰ ਗਲੇ 'ਚ ਪਾਉਣੇ, ਇਹ ਜੀ ਸੁਰਤ ਦੀਆਂ ਮੁੰਦਰਾਂ। ਹੁਣ ਗੁਰੂ ਸਾਹਿਬ ਨੇ ਜਦੋਂ ਬੜੀ ਸਰਲ ਭਾਸ਼ਾ 'ਚ ਉਹਨਾਂ ਨੂੰ ਸਮਝਾਤਾ, ਕਹਿੰਦੇ ਮੁੰਦਰਾਂ ਪਾਈਆਂ ਨੇ ਮੈਂ ਮੁੰਦਾ ਸੰਤੋਖ ਸਰਮਪਤ ਝੋਲੀ। ਤੁਸੀਂ ਤੇ ਵਿਹਲੇ ਹੋ ਯਾਰ, ਕੀ ਪਿੰਡੇ ਤੇ ਗੋਦੜੀ ਟੰਗ ਕੇ ਤੁਸੀਂ ਸਾਰੀ ਦਿਹਾੜੀ ਮੰਗਦੇ ਹੋ। ਮੈਂ ਮੰਗਦਾ ਨਹੀਂ, ਮੈਂ ਕਿਰਤੀ ਹਾਂ। ਮੈਂ ਭਾਵੇਂ ਮੈਂ ਮੱਝਾਂ ਚਾਰਦਾ ਰਿਹਾ, ਮੈਂ 11 ਸਾਲ ਦੀ ਉਮਰ 'ਚ ਮੱਝਾਂ ਚਾਰਨੀਆਂ ਸ਼ੁਰੂ ਕੀਤੀਆਂ ਸੀ। ਮੈਂ ਤੇ 14 ਸਾਲ ਸੁਲਤਾਨਪੁਰ ਅਜੇ ਵੀ ਜਾਓ, ਮੇਰੇ ਤੇ ਵੱਟੇ ਵੀ ਉੱਥੇ ਪਏ ਹੋਏ ਨੇ। ਮੈਂ ਤੇ ਮੋਦੀ ਖਾਨੇ 'ਚ ਵੀ ਕੰਮ ਕਰਕੇ ਆਇਆ। ਔਰ ਮੇਰਾ ਅਗਲਾ ਪ੍ਰੋਗਰਾਮ ਜਿਹੜਾ ਮੈਂ ਕਰਤਾਰਪੁਰ ਦੇ ਵਿੱਚ ਖੇਤੀ ਕਰਨਾ ਹੀ ਹੈ। ਇਸ ਕਰਕੇ ਅਸਲੀ ਧਰਮ ਕਿਰਤੀਆਂ ਦਾ ਹੈ। ਜੇ ਤੁਹਾਡੇ ਵਰਗੇ ਸਾਰੇ ਧਰਮੀ ਬਣ ਜਾਣ ਵੀ ਪਿੰਡੇ ਦੇ ਵਿੱਚ ਗੋਦੜੀ ਪਾ ਕੇ ਮੰਗਣਾ ਸ਼ੁਰੂ ਕਰ ਦਈਏ, ਸਾਰੇ ਹੀ ਇਹੀ ਧਰਮ ਕਮਾਉਣ, ਫਸਲ ਕੌਣ ਪੈਦਾ ਕਰੇਗਾ? ਸੰਸਾਰ ਦੇ ਵਿੱਚ ਕਿਰਤ ਕੌਣ ਕਰੇਗਾ? ਗਲਤ ਦੁਨੀਆ ਨੂੰ ਧਰਮ ਦੱਸ ਰਹੇ ਹਾਂ ਜੀ ਕਿ ਧਰਮ ਦੀ ਰਾਹ 'ਤੇ ਤੁਰਨ ਵਾਲੇ ਕੰਮ ਨਹੀਂ ਕਰਦੇ। ਨਹੀਂ, ਅਸਲੀ ਧਰਮੀ ਦੁਨੀਆ ਦੇ ਵਿੱਚ ਹੈ। ਅਸਲੀ ਧਰਮੀ ਦੁਨੀਆ ਦੇ ਵਿੱਚ ਕਿਰਤੀ ਹੈ। ਤੁਸੀਂ ਕੰਮ ਕਾਜ ਕਰਦੇ ਆ, ਹੱਸਦੇ ਆ, ਖਿਲੰਦੇ ਆ, ਬਹਿੰਦੇ ਆ, ਉੱਠਦੇ ਆ ਪਰਮਾਤਮਾ ਦੇ ਵਿੱਚ ਸੁਰਤ। ਅਸਲੀ ਧਰਮ ਦੁਨੀਆ 'ਚ ਗੁਰੂ ਸਾਹਿਬ ਨੇ ਕਿਹਾ ਸਰਮਪਤ ਝੋਲੀ ਧਿਆਨ ਕੀ ਕਰਿਆ ਵਿਭੂਤ। ਤੁਸੀਂ ਪਿੰਡੇ ਤੇ ਸਵਾਹ ਲਾਈ, 2-3 ਘੰਟੇ 4 ਵਾਰ ਉੱਠ ਜਾਂਦੀ ਹੈ, ਫੇਰ ਲਾਣੀ ਪੈਂਦੀ ਹੈ। ਜੇ ਧਿਆਨ ਦੇ ਵਿੱਚ ਵਿਭੂਤ ਆ ਜਾਏ, ਜੇ ਸੁਰਤ ਵਿੱਚ ਇਹੋ ਜਿਹੀ ਸਵਾਹ ਆ ਜਾਏ, ਤੁਹਾਨੂੰ ਜਿੱਥੇ ਵੀ ਜੋ ਨਜ਼ਰ ਆਵੇ, ਜੋ ਦਿਸੈ ਤੇਰਾ ਰੂਪ ਬਣ ਜਾਏ, ਕਿੱਦਾਂ ਦਾ ਧਰਮ ਹੋ ਜਾਏਗਾ। ਕਿ ਉਹ ਧਰਮ ਕਦੇ ਤੁਹਾਡੇ ਤੋਂ, ਉਹ ਧਰਮ ਤੁਹਾਨੂੰ ਨਿੱਤ ਉੱਦਾਂ ਦਾ ਧਰਮ ਪਿੰਡੇ 'ਤੇ ਲਾਉਣ ਦੀ ਲੋੜ ਹੈਗੀ। ਗੁਰੂ ਸਾਹਿਬ ਕਹਿੰਦੇ ਮੈਂ ਆਹ ਪੈਗਾਮ ਦੇ ਰਿਹਾ। ਸਰਲ ਭਾਸ਼ਾ ਵਿੱਚ ਸੀ। ਇਹੀ ਗੱਲ ਗੁਰੂ ਸਾਹਿਬ ਕਿਰਸਾਨ ਕੋਲ ਚਲੇ ਗਏ। ਕਹਿੰਦੇ ਕਿਰਸਾਨ ਮੈਨੂੰ ਲਿਸਟ ਦੱਸੇਗਾ ਵੀ ਕੀ ਫਸਲ ਪੈਦਾ ਕੀਤੀ। ਉਹ ਲਿਸਟ ਕੱਢ ਕੇ ਲਿਆਇਆ। ਕਹਿੰਦਾ ਜੀ ਪਹਿਲਾਂ ਝੋਨਾ ਤੇ ਕਣਕ ਹੁੰਦਾ ਸੀ, ਹੁਣ ਤੇ ਆਧੁਨਿਕ ਸਾਧਨ ਆ ਗਏ, ਮੈਂ 5-6 ਫਸਲਾਂ ਕੱਢ ਲੈਂਦਾ। ਮੈਂ ਵੱਟਾਂ ਦੇ ਉੱਤੇ ਸਰੋਂ ਬੀਜ ਦਿੰਦਾ, ਮੈਂ ਸਾਈਡ ਦੇ ਉੱਤੇ ਦਰਖਤ ਲਾ ਦੇ, ਪੋਪੂਲਰ ਲਾਤੇ। ਬੜਾ ਖੁਸ਼ ਹੁੰਦਾ ਹੈ। ਮਹਾਰਾਜ ਕਹਿੰਦੇ ਲਿਸਟ ਤੇ ਵਾ ਕਮਾਲ ਹੈ, ਪਰ ਤੇਰੀ ਲਿਸਟ ਦੇ ਵਿੱਚ ਧਰਮ ਦਾ ਜ਼ਿਕਰ ਨਹੀਂ ਹੈ। ਤੂੰ ਧਰਮ ਦੀ ਫਸਲ ਨਹੀਂ ਪੈਦਾ ਕਰਦਾ। ਉਹ ਕਹਿੰਦੇ ਮਹਾਰਾਜ ਇਹ ਧਰਮ ਦੀ ਫਸਲ, ਇਹ ਬੀਜ ਕਿੱਥੋਂ ਮਿਲਦਾ ਹੈ ਔਰ ਇਹ ਕਿੱਦਾਂ ਪੈਦਾ ਕੀਤੀ ਜਾਂਦੀ ਹੈ, ਸਾਨੂੰ ਦੱਸੋ। ਹੁਣ ਮਹਾਰਾਜ ਨੇ ਉਹਨਾਂ ਨੂੰ ਉਹਨਾਂ ਦੀ ਭਾਸ਼ਾ 'ਚ ਦੱਸਤਾ, ਜਿਹੜੀ ਖਾਸੀਅਤ ਹੈ ਗੁਰੂ ਗ੍ਰੰਥ ਸਾਹਿਬ ਦੀ। ਕਿਉਂ ਦੁਨੀਆ ਦੇ ਲੋਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਿਚਾਰਧਾਰਾ ਨੂੰ ਅਪਣਾਉਣ ਵਾਸਤੇ ਤਿਆਰ ਹੋਏ? ਭਾਸ਼ਾ ਸਰਲ ਸੀ। ਕੋਈ ਦੇਵਨਾਗਰੀ ਨਹੀਂ ਸੀ ਬਈ ਕੇਵਲ ਬ੍ਰਾਹਮਣ ਨੂੰ ਹੀ ਸਮਝ ਆਉਂਦੀ ਸੀ। ਕੋਈ ਅਰਬੀ ਨਹੀਂ ਸੀ ਵੀ ਜਿਹਨੂੰ ਬਹੁਤ ਵੱਡਾ ਪੜ੍ਹਿਆ ਲਿਖਿਆ ਆਦਮੀ ਸਮਝ ਸਕਦਾ ਹੈ। ਗੁਰੂ ਸਾਹਿਬ ਨੂੰ ਕਿਰਸਾਨ ਦੀ ਭਾਸ਼ਾ 'ਚ ਸਮਝਾਉਂਦੇ। ਕਹਿੰਦੇ ਆ ਤੈਨੂੰ ਦੱਸਾਂ, ਜਦੋਂ ਕਣਕ ਬੀਜਦਾ ਕੀ ਕਰਦਾ? ਕਹਿੰਦੇ ਜੀ ਪਹਿਲਾਂ ਫਸਲ ਵਾਹੁੰਦਾ, ਆ ਵਾਹਿਗੁਰੂ ਖੇਤ ਵਾਹੁੰਦਾ, 5-7 ਵਾਰ ਵਾਹ ਕੇ ਨਾ ਮੁਲਾਇਮ ਧਰਤੀ ਕਰਦਾ, ਫਿਰ ਵਧੀਆ ਬੀਜ ਲਿਆਉਣਾ, ਫਿਰ ਹਰ ਰੋਜ਼ ਪਾਣੀ ਪਾਉਣਾ, ਖਾਦ ਪਾਉਣਾ, ਬਾਕਮਾਲ ਫਸਲ ਤਿਆਰ ਹੁੰਦੀ ਹੈ। ਮਹਾਰਾਜ ਕਹਿੰਦੇ ਧਰਮ ਦੀ ਫਸਲ ਵੀ ਇੱਦਾਂ ਤਿਆਰ ਹੁੰਦੀ ਹੈ। ਸਭ ਤੋਂ ਪਹਿਲਾਂ ਕੀ ਕਰ? ਅਮਲ ਕਰ ਧਰਤੀ। ਅਮਲ, ਤੇਰੇ ਅਮਲ ਜੀਵਨ ਦੇ ਵਿੱਚ ਚੰਗੇ ਹੋ ਜਾਣ। ਅਮਲ ਕਰ ਧਰਤੀ। ਜਿਸ ਤਰ੍ਹਾਂ ਧਰਤੀ ਨੂੰ ਵਾਹ ਕੇ ਬਰੀਕ ਕਰਦਾ ਨਾ, ਜੀਵਨ 'ਚ ਅਮਲ ਬਣਾ। ਜੇ ਅਮਲ ਚੰਗੇ ਨਹੀਂ ਹੋਏ, ਬਾਹਰਲਾ ਲਿਬਾਸ ਜਿੰਨਾ ਮਰਜ਼ੀ ਧਰਮੀ ਪਾ ਦੇ, ਤੂੰ ਧਰਮ ਨੂੰ ਕਲੰਕਿਤ ਕਰ ਦੇਂਗਾ ਪਰ ਧਰਮ ਨੂੰ ਪ੍ਰਫੁੱਲਿਤ ਨਹੀਂ ਕਰੇਗਾ, ਕਿਉਂਕਿ ਅਮਲ ਚੰਗੇ ਨਹੀਂ। ਸਭ ਤੋਂ ਪਹਿਲਾਂ ਅਮਲ ਕਰ ਧਰਤੀ, ਫਿਰ ਉਸ ਤੋਂ ਬਾਅਦ ਕੀ ਕਰ? ਬੀਜ ਸ਼ਬਦ ਹੋ ਕਰ। ਜੇ ਦੁਨਿਆਵੀ ਬੀਜ ਤੁਸੀਂ ਬੜੀ ਵਧੀਆ ਜ਼ਮੀਨ ਤਿਆਰ ਕੀਤੀ ਹੋਵੇ ਤੇ ਕਈ ਵਾਰ ਨਾ ਬੀਜ ਡੁਪਲੀਕੇਟ ਮਿਲ ਜੇ, ਉਹ ਫਿਰ ਕੁਝ ਨਹੀਂ, ਪਲਰੀ ਹੁੰਦਾ ਹੀ ਕੁਛ ਨਹੀਂ। ਬੀਜ ਜ਼ਰੂਰੀ ਹੈ। ਬੀਜ ਕੰਪਨੀ ਦਾ ਬੀਜ, ਗਰੰਟਡ ਬੀਜ,
ਗੁਰੂ ਸਾਹਿਬ ਕਹਿੰਦੇ ਧਰਮ ਦੀ ਦੁਨੀਆ ਦੇ ਵਿੱਚ ਅਮਲ ਚੰਗੇ ਕਰਕੇ ਇੱਕ ਗੱਲ ਚੀਜ਼ ਰੱਖੀ, ਬੀਜ ਕਿਹੜਾ ਪਾਉਣਾ, ਬੀਜ ਸ਼ਬਦ ਹੋ ਕਰ, ਸ਼ਬਦ ਦਾ ਬੀਜ, ਕਿਸੇ ਬੰਦੇ ਦਾ ਨਹੀਂ, ਸੰਤ ਦਾ ਬੀਜ ਨਹੀਂ, ਸਾਧ ਦਾ ਬੀਜ ਨਹੀਂ, ਮੜੀ ਦਾ ਬੀਜ, ਮੱਠ ਦਾ ਬੀਜ ਨਾ, ਬੀਜ ਇੱਕੋ ਪਾਉਣਾ, ਸ਼ਬਦ। ਜੀਵਨ ਸ਼ਬਦ ਬਦਲਦਾ ਹੈ। ਅਮਲ ਕਰ ਧਰਤੀ, ਬੀਜ ਸ਼ਬਦੋ ਕਰ, ਸੱਚ ਕੀ ਆਬ ਨਿਤ ਦੇ ਪਾਣੀ। ਸੱਚ ਦਾ ਆਬ ਜਿਹੜਾ ਨਾ, ਉਹਨੂੰ ਫਿਰ ਉਹ ਪਾਣੀ ਦੇਣਾ ਸ਼ੁਰੂ ਕਰਦੇ। ਸੱਚ ਕੀ ਆਬ ਨਿਤ ਦੇ ਪਾਣੀ, ਹੋਏ ਕਿਰਸਾਨ ਇਮਾਨ ਜਮਾਇਲਾ। ਕਹਿੰਦੇ ਕਿਰਸਾਨ, ਫਿਰ ਇਹ ਜਿਹੜੀ ਫਸਲ ਤਿਆਰ ਹੋਏਗੀ ਨਾ, ਇਸ ਫਸਲ ਦਾ ਪਤਾ ਕੀ ਨਾਮ ਹੋਵੇਗਾ? ਇਹਦਾ ਨਾਮ ਹੋਵੇਗਾ ਈਮਾਨ। ਲੋਕੀ ਕਹਿਣਗੇ ਇਹਦੇ ਕੋਲ ਇੱਕ ਫਸਲ ਹੈ ਈਮਾਨ ਦੀ, ਬੰਦਾ ਇਮਾਨਦਾਰ ਹੈ। ਹੋਏ ਕਿਰਸਾਨ ਇਮਾਨ ਜਮਾਇਲਾ, ਜਿੱਦਣ ਇਮਾਨ ਦੀ ਫਸਲ ਪੈਦਾ ਕੀਤੀ, ਪਿਸਤ ਦੋਜਤ ਮੁੜੇ ਬਚਾਨੀ। ਨਰਕ ਤੇ ਸਵਰਗ ਇੱਥੇ, ਤੈਨੂੰ ਇੱਥੇ ਸਮਝ ਆ ਜਾਣੀ, ਮਰਨ ਤੋਂ ਬਾਅਦ ਤੇ ਲੁੱਟਿਆ ਜਾ ਰਿਹਾ ਨਰਕ ਸਵਰਗ ਦੇ ਨਾਮ ਤੇ। ਇਹ ਤੇ ਇੱਥੇ ਹੀ ਹੈ, ਪਿਸਤ ਤੇ ਦੋਜਤ। ਹੁਣ ਉਹਨਾਂ ਦੀ ਭਾਸ਼ਾ 'ਚ ਸਮਝਾਤਾ। ਹੁਣ ਗੁਰੂ ਸਾਹਿਬ ਨੇ ਇਹੀ ਗੱਲ, ਜੇ ਕਿਸੇ ਨਸ਼ੇੜੀਆਂ ਕੋਲ ਚਲੇ ਗਏ, ਲੋਕੀ ਸ਼ਰਾਬ ਕੱਢਦੇ ਨੇ, ਮਹਾਰਾਜ ਕਹਿੰਦੇ ਨਹੀਂ ਨਹੀਂ, ਅੱਜ ਵੀ ਸਾਡੇ ਸਮਾਜ 'ਚ ਹੈ, ਜੇ ਕੋਈ ਨਸ਼ਾ ਕਰਦਾ ਹੈ, ਕੇਸਾਂ ਦੀ ਵਿਆਪਦੀ ਕਰਦਾ ਹੈ, ਧਰਮ ਤੋਂ ਉਲਟੇ ਕੰਮ ਕਰਦਾ, ਤੇ ਅਸੀਂ ਉਹਨੂੰ ਸਾਈਡ ਲਾਈਨ 'ਤੇ ਕਰ ਦਿੰਦੇ ਹਾਂ ਵੀ ਇਹਦੇ ਨਾਲ ਕੀ ਗੱਲ ਕਰਨੀ। ਨਹੀਂ ਸਾਧ ਸੰਗਤ, ਉਹਨੂੰ ਪਹਿਲਾਂ ਗਲਵੱਕੜੀ ਨਾਲ ਲਾਇਆ ਜਾਏ। ਜਿਹੜਾ ਤੇ ਪਹਿਲਾਂ ਵਧੀਆ ਹੈ, ਉਹਨੂੰ ਅਸੀਂ ਕੀ ਸੁਣਾਵਾਂਗੇ? ਜਿਹੜਾ ਧਰਮ ਤੋਂ ਹਟਿਆ, ਉਹਦੇ 'ਤੇ ਜ਼ੋਰ ਲਾਇਆ ਜਾਏ ਵੀ ਉਹ ਵਾਪਸ ਆ ਜਾਏ। ਔਰ ਗੁਰੂ ਸਾਹਿਬ ਮਹਾਰਾਜ ਨੇ ਉਸ ਵਕਤ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਇਹ ਜਿਹੜੇ ਨਸ਼ਾ ਕਰਦੇ, ਇਹਨਾਂ ਕੋਲ ਵੀ ਗੱਲ ਇਹਨਾਂ ਨੂੰ ਵੀ ਸਮਝਾਉਣੀ। ਜੇ ਜੋਗੀਆਂ ਨੂੰ ਸਮਝਾ ਕੇ ਆਇਆ, ਕਿਰਸਾਨਾਂ ਨੂੰ ਸਮਝਾਈ, ਤੇ ਸਮਝਾਉਣੀ ਇਹਨਾਂ ਨੂੰ ਵੀ ਹੈ। ਗੁਰੂ ਸਾਹਿਬ ਉਹਨਾਂ ਦੇ ਕੋਲ ਪਹੁੰਚਦੇ ਨੇ। ਹੁਣ ਵੇਖੋ, ਆਹੀ ਤੇ ਵਿਸ਼ੇਸ਼ਤਾ ਹੈ ਗੁਰੂ ਗ੍ਰੰਥ ਸਾਹਿਬ ਦੀ। ਗੁਰੂ ਸਾਹਿਬ ਉਹਨਾਂ ਦੀ ਭਾਸ਼ਾ 'ਚ ਕਹਿੰਦੇ ਵੀ ਕਿੱਦਾਂ ਕੱਢਦੇ ਹੋ ਸ਼ਰਾਬ? ਕਹਿੰਦੇ ਗੁੜ ਲਿਆਉਂਦੇ ਆ, ਕਿੱਕਰ ਦੇ ਛੱਲੜ ਲਾਉਂਦੇ ਆ, ਉਹਦੇ ਭੱਠੀ 'ਚ ਪਾ ਕੇ ਫਿਰ ਉਹਦੇ ਵਿੱਚੋਂ ਨਸ਼ਾ ਨਿਕਲਦਾ, ਫਿਰ ਉਹਨੂੰ ਪੀਂਦੇ ਆ। ਤੇ ਸਤਿਗੁਰੂ ਕਹਿੰਦੇ ਕਿੰਨਾ ਚਿਰ ਨਸ਼ਾ ਰਹਿੰਦਾ? ਕਹਿੰਦੇ ਜੀ 6-7 ਘੰਟੇ ਰਹਿੰਦਾ, ਫਿਰ ਉਤਰ ਜਾਂਦਾ, ਫਿਰ ਪੀਂਦੇ ਆ, ਫਿਰ ਉਤਰ ਜਾਂਦਾ, ਫਿਰ ਪੀਂਦੇ ਆ। ਗੁਰੂ ਸਾਹਿਬ ਕਹਿੰਦੇ ਆਓ ਮੈਂ ਤੁਹਾਨੂੰ ਇੱਕ ਢੰਗ ਦੱਸਦਾ ਨਸ਼ਾ ਸ਼ਰਾਬ ਕੱਢਣ ਦਾ। ਐਸੀ ਸ਼ਰਾਬ ਨਿਕਲੇਗੀ ਜਿਹੜੀ ਇੱਕ ਵਾਰ ਪੀਓਗੇ ਉਤਰੇਗੀ ਨਹੀਂ, ਉਹ ਇੱਦਾਂ ਦੀ ਸ਼ਰਾਬ ਹੋਵੇਗੀ। ਉਹ ਕਹਿੰਦੇ ਜੀ ਉਹ ਕਿਹੜੀ? ਮਹਾਰਾਜ ਕਹਿੰਦੇ ਉਹਨੂੰ ਤਿਆਰ ਕਰਨ ਵਾਸਤੇ ਨਾ ਥੋੜ੍ਹਾ ਜਿਹਾ ਤੁਹਾਨੂੰ ਤਕਨੀਕ ਵਰਤਣੀ ਲੱਗ ਪਵੇਗੀ। ਉਹ ਸ਼ਬਦ ਹੈ ਗੁੜ ਕਰ ਗਿਆਨ। ਕਹਿੰਦੇ ਜਿਹੜਾ ਗੁੜ ਤੁਸੀਂ ਦੁਨਿਆਵੀ ਗੁੜ ਪਾਉਂਦੇ ਹੋ, ਇਹ ਨਹੀਂ, ਗਿਆਨ। ਗਿਆਨ ਹਾਸਲ ਕਰ ਲਓ, ਕਿਉਂਕਿ ਕਬੀਰ ਜਹਾਂ ਗਿਆਨ ਧਰਮ ਹੈ। ਧਰਮ ਉੱਥੇ ਹੀ ਹੈ ਜਿੱਥੇ ਗਿਆਨ ਹੈ। ਗਿਆਨ ਦੇਖੋ, ਜਿਸ ਆਦਮੀ ਨੂੰ ਗਿਆਨ ਨਹੀਂ ਹੈ ਨਾ, ਉਹਨੂੰ ਆਮ ਸੰਸਾਰ ਦੇ ਵਿੱਚ ਕਮਲਾ ਕਿਹਾ ਜਾਂਦਾ ਹੈ, ਉਹਨੂੰ ਚੰਗੇ ਭਲੇ ਦਾ ਪਤਾ ਨਹੀਂ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਭਾਠੀ, ਜਦੋਂ ਤੁਸੀਂ ਆਪਣੀ ਭੱਠੀ ਦੇ ਵਿੱਚ ਕਿੱਕਰ ਦੀ ਥਾਂ 'ਤੇ ਤੁਸੀਂ ਕਿਰਦਾਰੀ ਚੀਜ਼ਾਂ ਪਾਓਗੇ, ਫਿਰ ਜਿਹੜਾ ਨਸ਼ਾ ਤਿਆਰ ਹੋਵੇਗਾ ਨਾ, ਉਹਦਾ ਨਸ਼ੇ ਦਾ ਨਾਮ ਹੋਵੇਗਾ ਨਾਮ ਦਾ ਨਸ਼ਾ। ਬਾਬਾ ਮਨ ਮਤ ਵਾਰੋ ਨਾਮ ਰਸ ਪੀਵੇ। ਉਹ ਨਾਮ ਦਾ ਰਸ ਦਾ ਜਿਹੜਾ ਅੰਮ੍ਰਿਤ ਹੈ, ਜਿਹੜਾ ਨਸ਼ਾ ਤਿਆਰ ਹੋਵੇਗਾ ਨਾ, ਜਿੱਦਣ ਇਹ ਸ਼ਰਾਬ ਨਾਮ ਰੂਪੀ ਤੁਸੀਂ ਪੀ ਲਈ ਨਾ, ਫਿਰ ਸਾਰੀ ਜ਼ਿੰਦਗੀ ਉਤਰਦੀ ਨਹੀਂ ਹੈ। ਫਿਰ ਕਬੀਰ ਲਿਖਦਾ ਹੈ, ਨਸ਼ਾ ਹੋ ਉਹ ਨਸ਼ਾ ਜੋ ਕਭੀ ਨਾ ਜ਼ੁਦਾ ਹੋ, ਮੈਂ ਜਿਸ ਤਰਫ ਵੀ ਦੇਖੂੰ ਮੁਝੇ ਦਿਦਾਰੇ ਖੁਦਾ ਹੋ। ਮੈਂ ਜਿੱਧਰ ਵੀ ਵੇਖਾਂ ਮੈਨੂੰ ਰੱਬ ਨਜ਼ਰ ਆਉਂਦਾ ਹੈ। ਹੁਣ ਗੁਰੂ ਸਾਹਿਬ ਨੇ ਉਹਨਾਂ ਨੂੰ ਵੀ ਧਰਮ ਦੱਸਤਾ। ਇੰਨੀ ਸੌਖੀ ਭਾਸ਼ਾ 'ਚ ਜਦੋਂ ਧਰਮ ਦੁਨੀਆ ਨੂੰ ਪਤਾ ਲੱਗਾ, ਦੁਨੀਆ ਗੁਰੂ ਨਾਨਕ ਸਾਹਿਬ ਦੀ ਇਸ ਵਿਚਾਰਧਾਰਾ ਤੋਂ ਪ੍ਰਭਾਵਿਤ ਹੋਏ। ਇੱਧਰ ਸਮਾਂ ਗੁਰੂ ਅਰਜਨ ਸਾਹਿਬ ਦਾ ਆ ਗਿਆ, ਜਿੱਥੋਂ ਗੱਲ ਤੋਰੀ ਹੈ ਵੀ ਅਸਲ ਦੀ ਨਕਲ ਵੀ ਹੈ। ਗੁਰੂ ਗ੍ਰੰਥ ਸਾਹਿਬ ਦੀ ਨਕਲ ਹੋਣਾ ਵੀ ਸ਼ੁਰੂ ਹੋ ਗਈ। ਔਰ ਇਹ ਨਕਲ ਕਿਸੇ ਬਾਹਰਲੇ ਨੇ ਤਿਆਰ ਨਹੀਂ ਕੀਤੀ, ਆਪਣੇ ਹੀ ਸਕੇ ਭਰਾ ਪ੍ਰਿਥੀ ਚੰਦ ਨੇ ਸਰੂਪ ਤਿਆਰ ਕਰਤਾ ਗੁਰੂ ਗ੍ਰੰਥ ਸਾਹਿਬ ਦਾ। ਔਰ ਅੱਜ ਵੀ ਸਾਡੀਆਂ ਉਹ ਜੜ੍ਹਾਂ 'ਚ ਬੈਠਾ ਹੈ। ਨਾਮ ਖੁਮਾਰੀ ਨਾਨਕਾ ਚੜ੍ਹੀ ਰਹਿ ਦਿਨ ਰਾਤ, ਕੋਈ ਗੁਰੂ ਗ੍ਰੰਥ ਸਾਹਿਬ 'ਚ ਨਹੀਂ। ਇਹ ਉਸੇ ਪ੍ਰਿਥੀ ਚੰਦ ਦਾ ਲਿਖਿਆ ਹੋਇਆ ਸੀ, ਪ੍ਰਚਲਿਤ ਕਰਤਾ ਨਾ ਉਹਨੇ। ਇੰਨਾ ਪ੍ਰਚਲਿਤ ਕਰ ਲੋਕਾਂ ਦਾ ਅੱਜ ਤੱਕ ਭੁਲੇਖਾ ਨਹੀਂ ਨਿਕਲਿਆ। ਜਦੋਂ ਗੁਰੂ ਸਾਹਿਬ ਨੂੰ ਪਤਾ ਲੱਗਾ ਵੀ ਇੰਨੀ ਵੱਡੀ ਧਰੋ, ਬਈ ਉਸ ਰੱਬੀ ਬਾਣੀ ਦਾ ਪੈਗਾਮ ਦੇ ਬਰਾਬਰ ਗੁਰੂ ਸਾਹਿਬ ਨੇ ਭਾਈ ਗੁਰਦਾਸ ਜੀ ਦੀ ਸੇਵਾ ਲਾਈ। ਔਰ ਅੱਜ ਵੀ ਰਾਮਸਰ ਦੇ ਸਥਾਨ 'ਤੇ ਤੁਸੀਂ ਹਰਿਮੰਦਰ ਸਾਹਿਬ ਜਾਓ, ਉਹ ਬੇਰੀ ਦਾ ਦਰਖਤ ਜਿਹਦੇ ਥੱਲੇ ਬੈਠ ਕੇ ਲੰਬੀ ਮਿਹਨਤ ਤੋਂ ਬਾਅਦ ਭਾਈ ਗੁਰਦਾਸ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਉਹ ਸਰੂਪ ਤਿਆਰ ਕੀਤਾ, ਜਿਹਨੂੰ ਆਦਿ ਗ੍ਰੰਥ ਕਿਹਾ ਜਾਂਦਾ ਸੀ, ਕਿਉਂਕਿ ਉਹਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ ਸ਼ਾਮਲ ਨਹੀਂ ਸੀ। ਉਹ ਸਰੂਪ ਤਿਆਰ ਕਰਕੇ ਅੱਜ ਦੇ ਦਿਨ 1 ਸਤੰਬਰ ਨੂੰ ਹਰਿਮੰਦਰ ਸਾਹਿਬ ਦੇ ਵਿੱਚ ਉਹਦਾ ਪਹਿਲਾ ਪ੍ਰਕਾਸ਼ ਬਾਬਾ ਬੁੱਢਾ ਜੀ ਵੱਲੋਂ ਕਰਵਾ ਦਿੱਤਾ ਗਿਆ। ਔਰ ਕੁੱਲ ਮਨੁੱਖਤਾ, ਕੁੱਲ ਸਮਾਜ ਨੂੰ ਸਾਸੰਗ ਤੇ ਸਾਂਝਾ ਗ੍ਰੰਥ ਦਿੱਤਾ ਕਿ ਇਹਦੇ ਵਿੱਚ ਦੁਨੀਆ ਦਾ ਹਰ ਵਰਗ ਦਾ ਆਦਮੀ
ਕਿਸੇ ਪਾਸਿਓਂ ਵੀ ਜਿਸ ਥਾਂ ਤੇ ਪਹਿਲਾ ਪ੍ਰਕਾਸ਼ ਹੋਇਆ ਉਹਦੇ ਦਰਵਾਜ਼ੇ ਵੀ 4 ਰੱਖ ਦਿੱਤੇ। ਖੱਤਰੀ, ਬ੍ਰਾਹਮਣ, ਬੈਸ, ਸੂਦ, ਉਪਦੇਸ਼, ਚੌਂ ਵਰਨਾ ਕੋ ਸਾਂਝਾ। ਦੁਨੀਆ ਦਾ ਕੋਈ ਵੀ ਧਰਮ ਦਾ ਆਦਮੀ ਇੱਥੇ ਆ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੋਲੋਂ ਇਹ ਰੱਬੀ ਪੈਗਾਮ ਜਿਹੜਾ ਲਾਹੀ ਪੈਗਾਮ ਹੈ ਉਹਦੇ ਕੋਲੋਂ ਉਪਦੇਸ਼ ਲੈ ਕੇ ਆਪਣਾ ਜੀਵਨ ਸਵਾਰ ਸਕਦਾ ਹੈ। ਪਰ ਸਾਧ ਸੰਗਤ ਅੱਜ ਫਿਰ ਇੱਕ ਵਾਰ ਗੁਰੂ ਗ੍ਰੰਥ ਸਾਹਿਬ ਦੀ ਇਹ ਵਿਚਾਰਧਾਰਾ ਜਿਹੜੀ ਹੈ ਇਹਨੂੰ ਖਤਮ ਕਰਨ ਵਾਸਤੇ, ਕਿਉਂਕਿ ਜਿੱਦਣ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਤੇ ਜਹਾਂਗੀਰ ਨੇ ਇਹ ਗੱਲ ਕਹੀ ਸੀ ਵੀ ਮੈਂ ਇਸ ਨੂੰ ਦੁਨੀਆ ਦੇ ਵਿੱਚ ਪ੍ਰਚਾਰ ਨਹੀਂ ਦਿਆਂਗਾ, ਕਿਉਂਕਿ ਜੇ ਇਹ ਮਨੁੱਖਤਾ ਦੀ ਬਾਣੀ, ਸਭੇ ਸਾਂਝੀ ਬਾਣੀ ਦੁਨੀਆ 'ਚ ਪ੍ਰਚਾਰੀ ਗਈ, ਇਸ ਧਰਤੀ ਤੇ ਸਾਡਾ ਬਹੁਤਾ ਸਮਾਂ ਰਾਜ ਕਰਨਾ ਜਿਹੜਾ ਹੈ ਉਹ ਸੰਭਵ ਨਹੀਂ ਹੈ। ਭਾਵੇਂ ਇਹਦਾ ਹਰਜ਼ਾਨਾ ਗੁਰੂ ਸਾਹਿਬ ਨੂੰ ਆਪਣਾ ਆਪ ਜਿਹੜਾ ਸੀ ਤੱਤੀ ਤਵੀ ਤੇ ਬਹਿਣਾ ਜਿਹੜਾ ਸੀ ਪ੍ਰਵਾਨ ਕਰਨਾ ਪਿਆ, ਪਰ ਮਨੁੱਖਤਾ ਨੂੰ ਇਹ ਸਾਂਝਾ ਗ੍ਰੰਥ ਦਿੱਤਾ। ਅੱਜ ਫੇਰ ਇੱਕ ਵਾਰ ਇਸ ਗ੍ਰੰਥ ਦੀ ਅਹਿਮੀਅਤ ਨੂੰ ਘਟਾਉਣ ਵਾਸਤੇ ਕਿਤੇ ਥਾਂ ਥਾਂ ਤੇ ਗੁਰੂ ਗ੍ਰੰਥ ਸਾਹਿਬ ਦੀਆਂ ਬਿਆਬਦੀਆਂ, ਇੱਕ ਪਾਸੇ ਤੇ ਉਹ ਲੋਕੀ ਪੰਜਾਬ ਦੀ ਧਰਤੀ ਤੇ ਨਿੱਤਾ ਪ੍ਰਤੀ ਘਟਨਾ ਨੇ ਉਹ ਬਿਆਬਦੀਆਂ ਕਰਦੇ ਨੇ, ਪਰ ਉਹਨਾਂ ਦੀਆਂ ਕੀਤੀਆਂ ਬਿਆਬਦੀਆਂ ਸਿੱਖ ਸਮਾਜ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਵਧਾਉਂਦੀਆਂ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਤੀ ਪਿਆਰ ਵਧਾਉਂਦੀਆਂ ਨੇ ਉਹਨਾਂ ਦੀਆਂ ਬਿਆਬਦੀਆਂ। ਜਿੰਨੇ ਗੁਰੂ ਗ੍ਰੰਥ ਸਾਹਿਬ ਦੇ ਥਾਂ ਥਾਂ ਤੇ ਉਹ ਬਿਆਬਦੀਆਂ ਕਰਦੇ ਨੇ, ਚਾਹੇ ਅਗਨ ਭੇਟ ਕਰਦੇ ਨੇ, ਅੰਗ ਪਾੜ ਕੇ ਗਲੀਆਂ 'ਚ ਖਿਲਾਰਦੇ ਨੇ, ਇਹਦੇ 'ਚ ਸਿੱਖਾਂ ਦੇ ਮਨਾਂ 'ਚ ਸਤਿਕਾਰ ਘਟਿਆ ਨਹੀਂ, ਸਤਿਕਾਰ ਵਧਿਆ। ਸਿੱਖ ਆਪਣੀਆਂ ਜਾਨਾਂ ਵੀ ਨਿਸ਼ਾਵਰ ਕਰਨ ਵਾਸਤੇ ਤਿਆਰ ਔਰ ਕੀਤੀਆਂ ਵੀ, ਪਰ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਨਰਾਦਰੀ ਸਿੱਖੀ ਲਿਬਾਸ ਵਿੱਚ ਪੈ ਕੇ ਅੱਜ ਕੀਤੇ ਜਾ ਰਹੇ ਨੇ ਨਾ, ਉਹ ਸਭ ਤੋਂ ਵੱਡਾ ਦੁਖਾਂਤ ਹੈ ਸਾਧ ਸੰਗਤ। ਉਹ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਨੂੰ ਘਟਾ ਰਹੇ ਨੇ। ਅੱਜ ਸਿੱਖੀ ਲਿਬਾਸ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪੈਰਾਂ ਤੇ ਮੱਥੇ ਟਿਕਾਉਣਾ ਬੜਾ ਸਮਾਜ ਸਾਧ ਸੰਗਤ ਟੇਕਣ ਵਾਲਾ ਵੀ ਦੋਸ਼ੀ, ਟਿਕਾਉਣ ਵਾਲੇ ਵੀ ਦੋਖੀ, ਟੇਕਣ ਵਾਲੇ ਵੀ ਦੋਖੀ ਨੇ। ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬੜੀਆਂ ਥਾਵਾਂ ਤੇ ਤੁਸੀਂ ਵੇਖੋ ਕੁਰਸੀਆਂ ਲਾ ਤੱਕ ਜਿਹੜੀ ਅਸੀਂ ਉਹਨਾਂ ਲੋਕਾਂ ਨੇ ਆਪਣੀ ਪੂਜਾ ਕਰਵਾਈ, ਤਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਅਹਿਮੀਅਤ ਨੂੰ ਘਟਾ ਕੇ ਆਪਣੀ ਅਹਿਮੀਅਤ, ਔਰ ਇਹੀ ਕਾਰਨ ਹੈ ਥਾਂ ਥਾਂ ਤੇ ਆਪਣੀਆਂ ਜੁੱਤੀਆਂ, ਖੁੰਡੀਆਂ, ਬਾਥਰੂਮ ਤੱਕ ਦੀਆਂ ਫਲੈਸ਼ਾਂ ਪੁਜਾ ਦਿੱਤੀਆਂ, ਤਾਂ ਕਿ ਸਿੱਖਾਂ ਦੇ ਮਨਾਂ 'ਚ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਘਟ ਜਾਏ। ਔਰ ਜਿਹੜੇ ਲੋਕੀ ਜੁੱਤੀਆਂ ਦੀ ਪੂਜਾ ਕਰਵਾਉਂਦੇ ਨੇ ਉਹੀ ਲੋਕੀ ਦਾਅਵਾ ਕਰਦੇ ਨੇ ਵੀ ਸਾਡੇ ਤੋਂ ਵੱਡਾ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕੋਈ ਨਹੀਂ ਕਰਦਾ। ਇਸ ਕਰਕੇ ਸਾਧ ਸੰਗਤ ਆਓ, ਦੁਨੀਆ ਦੇ ਵਿੱਚ ਇਹੋ ਜਿਹਾ ਗ੍ਰੰਥ ਸਾਡੀ ਝੋਲੀ ਦੇ ਵਿੱਚ ਗੁਰੂ ਸਾਹਿਬ ਨੇ ਪਾਇਆ ਹੈ, ਜਿਹੜਾ ਪੂਰੀ ਕਾਇਨਾਤ, ਪੂਰੀ ਮਨੁੱਖਤਾ ਨੂੰ ਪੈਗਾਮ, ਔਰ ਦੁਨੀਆ ਦੇ ਕਿਸੇ ਵੀ ਵਿਸ਼ੇ ਤੇ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਵਿਚਾਰ ਕਰਨੀ, ਤੁਸੀਂ ਕਿਸੇ ਵੇਲੇ ਵੀ ਇਹ ਦੁਨੀਆ ਦਾ ਪਹਿਲਾ ਬਾਬਾ ਹੈ। ਦੁਨਿਆਵੀ ਬਾਬਾ ਹੋ ਸਕਦਾ ਕਿਤੇ ਸ਼ਾਮ ਨੂੰ ਸੁੱਤਾ ਹੋਵੇ, ਤੁਹਾਡੀ ਗੱਲ ਨਾ ਸੁਣੇ, ਪਰ ਇਸ ਬਾਬੂ ਦੇ ਨਾਲ ਜਿਸ ਵਕਤ ਮਰਜ਼ੀ ਤੁਸੀਂ ਗੱਲਾਂ ਕਰੋ। ਆਓ ਵੱਧ ਤੋਂ ਵੱਧ ਜੀਵਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਇਹ ਬਾਣੀ ਜਿਹੜੀ ਇਹਨੂੰ ਆਧਾਰ ਬਣਾਈਏ। ਅਤੇ ਮੇਰੇ ਸਤਿਗੁਰੂ ਨੇ ਸਾਨੂੰ ਇਸ ਗ੍ਰੰਥ ਨੂੰ ਸਾਡੀ ਝੋਲੀ 'ਚ ਪਾਉਂਦਿਆਂ ਇੱਕ ਗੱਲ ਕਹੀ ਸੀ ਕਿ ਸਿੱਖੋ, ਜਦੋਂ ਦੁਨਿਆਵੀ ਬਾਪ ਦੀ ਮੌਤ ਹੁੰਦੀ ਹੈ ਤਾਂ ਉਹ ਆਪਣੀ ਪ੍ਰਾਪਰਟੀ ਸਾਰੀ ਆਪਣੇ ਬੱਚਿਆਂ ਦੇ ਨਾਮ ਕਰ ਜਾਂਦਾ ਹੈ। ਮੈਂ ਅੱਜ ਤੁਹਾਡੇ ਹਵਾਲੇ ਦਾਦੇ ਪੜਦਾਦੇ ਦੀ ਪ੍ਰਾਪਰਟੀ ਕਰ ਚੱਲਿਆ। ਇਸ ਖਜ਼ਾਨੇ ਨੂੰ ਇਕੱਠਾ ਕਰਨ ਵਾਸਤੇ ਮੇਰੇ ਬਜ਼ੁਰਗਾਂ ਨੇ ਲੰਬਾ ਸਮਾਂ ਰੇਤ ਅੱਕ ਅਖਾਰ ਕਰ ਰੋੜਾਂ ਕੀ ਗੁਰੂ ਕਰੀ ਵਿਛਾਈ, ਨੰਗੇ ਪੈਰੀ ਕੱਟੇ ਨੇ, ਬੜੀਆਂ ਔਕੜਾਂ ਸਾੜੀਆਂ ਨੇ। ਔਰ ਇਹ ਦਾਦੇ ਪੜਦਾਦੇ ਦੀ ਜਿਹੜੀ ਹੈ ਮੇਰਾ ਖਜ਼ਾਨਾ ਹੈ, ਪਿਊ ਦਾਦੇ ਕਾ ਖੋਲ ਡਿੱਠਾ ਖਜ਼ਾਨਾ। ਇਹ ਮੇਰੇ ਦਾਦੇ ਪੜਦਾਦੇ ਦੌਰੇ ਦੁਨੀਆ ਦਾ ਪਹਿਲਾ ਖਜ਼ਾਨਾ ਹੈ। ਖਜ਼ਾਨੇ ਨੂੰ ਜਿੰਨਾ ਤੁਸੀਂ ਖਰਚੋਗੇ ਉਨਾ ਘਟਦਾ, ਪਰ ਇਹ ਪਹਿਲਾ ਖਜ਼ਾਨਾ ਹੈ। ਖਾਵੈ ਖਰਚੈ ਰਲ ਮਿਲ ਭਾਈ, ਤੋਟ ਨਾ ਆਵੈ ਵੱਧੋ ਜਾਈ। ਜਿੰਨਾ ਇਸ ਨੂੰ ਖਰਚੋਗੇ ਉਹਨਾਂ ਇਹਨੇ ਵਧਣਾ, ਇਹਨੇ ਘਟਣਾ ਨਹੀਂ ਹੈ, ਇਹ ਵਧੇਗਾ ਉਹਨਾਂ। ਇਸ ਕਰਕੇ ਗੁਰੂ ਸਾਹਿਬ ਨੇ ਸਾਡੇ ਹਵਾਲੇ ਕਰਕੇ, ਔਰ 1708 ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ ਸ਼ਾਮਲ ਕਰਕੇ ਸਾਡੇ ਹਵਾਲੇ ਇਹ ਖਜ਼ਾਨਾ ਕਰਕੇ ਇੱਕ ਗੱਲ ਕਹਿ ਦਿੱਤੀ ਸੀ। ਭਾਈ ਪ੍ਰਹਿਲਾਦ ਸਿੰਘ ਦਾ ਦੋਹਰਾ ਹੈ, ਆਗਿਆ ਭਈ ਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਸਾਡਾ ਗੁਰੂ ਗ੍ਰੰਥ ਸਾਹਿਬ ਹੈ। ਆਓ ਇਹਦੇ ਬਰਾਬਰ ਹੋਰ ਕਿਸੇ ਵੀ ਦੁਨੀਆ ਦੇ ਕਿਤਾਬ, ਗ੍ਰੰਥ, ਇਨਸਾਨ, ਮੜੀ, ਮੱਠ, ਕਿਸੇ ਦੀ ਵੀ ਇਹਦੇ ਬਰਾਬਰ ਤੁਲਨਾ ਨਾ ਕੀਤੀ ਜਾਵੇ। ਇਹ ਦੁਨੀਆ ਦਾ ਉਹ ਗ੍ਰੰਥ ਹੈ ਜਿਹਨੂੰ ਸੱਚਮੁੱਚ ਯੂਨੀਵਰਸਲ ਗ੍ਰੰਥ ਕਰਕੇ ਮੰਨਿਆ ਗਿਆ। ਅੱਜ ਪੂਰੀ ਕਾਇਨਾਤ ਦੇ ਵਿੱਚ ਜੇ ਇਨਸਾਨੀ ਹਕੂਕ, ਜੇ ਕਿਤੇ ਜ਼ਰਵਾਣੇ ਨੂੰ ਚੈਲੰਜ ਕਰਨ ਦੀ ਕੋਈ ਕਿਸੇ ਗ੍ਰੰਥ ਦੇ ਵਿੱਚ ਉਪਦੇਸ਼ ਹੈ ਤੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਹੈ। ਸੋ ਗੁਰੂ ਕਿਰਪਾ ਕਰੇ, ਗੁਰੂ ਗ੍ਰੰਥ ਸਾਹਿਬ ਦੇ ਅੱਜ ਪਾਵਨ ਪ੍ਰਕਾਸ਼ ਦਿਹਾੜੇ ਦੀ ਆਪ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਹੈ। ਔਰ ਗੁਰੂ ਕਿਰਪਾ ਕਰੇ ਸਾਡੇ ਜੀਵਨ ਦਾ ਆਧਾਰ ਗੁਰਬਾਣੀ ਬਣ ਜਾਏ। ਮੈਂ ਗੁਰਬਾਣੀ ਆਧਾਰ ਹੈ। ਇਹ ਜਿੱਦਣ ਕਿਤੇ ਅਸੀਂ ਪਾਠ ਕਰਦੇ ਹਾਂ ਨਾ, ਇਹ ਨਾ ਸੋਚਿਓ ਮੈਂ ਬੋਲਦਾ,
ਇਹ ਤੇ ਉਸ ਅਕਾਲ ਪੁਰਖ ਦੀ ਬਾਣੀ ਹੈ, ਜੈਸੀ ਮੈਂ ਆਵੈ ਖਸਮ ਕੀ ਬਾਣੀ। ਇਹ ਸਮਝ ਲਿਆ ਕਰੋ ਸਾਡੀ ਰਸਨਾ ਦੇ ਵਿੱਚ ਰੱਬ ਬੈਠ ਕੇ ਰੱਬ ਦੇ ਨਾਲ ਸਾਡੀਆਂ ਗੱਲਾਂ ਹੋ ਰਹੀਆਂ ਨੇ। ਆਓ ਜੀਵਨ ਦੇ ਵਿੱਚ ਕੋਸ਼ਿਸ਼ ਕਰੀਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਹਿਜ ਪਾਠ ਜਿਹੜੇ ਨੇ ਉਹ ਨਿਰੰਤਰ ਜਿਹੜੀ ਪੰਥ ਪ੍ਰਮਾਣਿਤ ਰਹਿਤ ਮਰਿਆਦਾ 'ਚ ਵੀ ਹੈ ਸਿੱਖ ਦਾ ਜਾਰੀ ਰਵੇ। ਜੇ ਸਾਰੀ ਜ਼ਿੰਦਗੀ ਵਿੱਚ ਅਸੀਂ ਸ਼ਬਦ ਰੂਪੀ ਗੁਰੂ ਗ੍ਰੰਥ ਸਾਹਿਬ ਦੇ ਇੱਕ ਵਾਰ ਵੀ ਦੀਦਾਰ ਨਾ ਕੀਤੇ ਤੇ ਦੁਨਿਆਵੀ ਭਾਵੇਂ ਮੱਥੇ ਜਿੰਨੇ ਮਰਜ਼ੀ ਟੇਕੀਏ, ਆਓ ਅੱਜ ਤੋਂ ਇਹ ਨਿਰਣੇ ਕਰ ਲਈਏ ਵੀ ਗੁਰੂ ਗ੍ਰੰਥ ਸਾਹਿਬ ਦਾ 1 ਅੰਕ 2 ਅੰਕ ਸਹਿਜ ਪਾਠ ਨਿਰੰਤਰ ਸਾਡੇ ਘਰਾਂ 'ਚ ਜਾਰੀ ਰਵੇ। ਜੀਵਨ ਸਾਧ ਸੰਗਤ ਬਦਲ ਜਾਂਦਾ ਹੈ। ਵਿਚਾਰਾਂ ਕਰਦਿਆਂ ਅਨੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਗੁਰੂ ਬਖਸ਼ਣਹਾਰ ਸੰਗਤ ਬਖਸ਼ਣਹਾਰ ਜੇ ਬਖਸ਼ ਦਿਓ ਸੀਸ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।